ਨਾਮਧਾਰੀ ਸੰਪਰਦਾਇ ਦਾ ਸਿੱਖ ਕੌਮ ਦੇ ਵਿੱਚ ਮੈਂ ਕਹਿ ਲਵਾਂ ਕਿ ਇੱਕ ਵਿਲੱਖਣ ਸਥਾਨ ਹੈ। ਸਤਿਗੁਰੂ ਰਾਮ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਬਹੁਤ ਵੱਡੀ ਇੱਕ ਅਹਿਮ ਭੂਮਿਕਾ ਨਾਮਧਾਰੀ ਸੰਪਰਦਾਇ ਨੇ ਆਪਣੀ ਪਾਈ ਹੈ। ਸਤਿਗੁਰੂ ਰਾਮ ਸਿੰਘ ਜੀ ਬਾਰੇ ਮੈਂ ਥੋੜੀ ਗੱਲਬਾਤ ਕਰ ਲਵਾਂ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਸਿੱਖ ਕੌਮ ਉਥਲ ਪੁਥਲ ਗਈ ਸੀਗੀ, ਉਦੋਂ ਸਿੱਖ ਕੌਮ ਨੂੰ ਸੰਭਾਲਿਆ, ਉਹਨਾਂ ਨੂੰ ਇਕੱਠੇ ਕੀਤਾ। ਤੇ ਬ੍ਰਿਟਿਸ਼ ਸ਼ਾਸਨ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਉਸ ਸਮੇਂ ਭਾਰਤ ਦੇ ਵਿੱਚ ਪਹਿਲੇ ਸਿੱਖ ਜਾਂ ਪਹਿਲੇ ਉਹ ਵਿਅਕਤੀ ਸਨ ਸਤਿਗੁਰੂ ਰਾਮ ਸਿੰਘ, ਜਿਨ੍ਹਾਂ ਨੇ ਬ੍ਰਿਟਿਸ਼ ਦੀਆਂ ਵਪਾਰਕ ਔਰ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਸੀ ਉਹਨਾਂ ਦਾ ਬਾਈਕਾਟ ਕੀਤਾ। ਸੋ ਪੂਰੀ ਗੱਲਬਾਤ ਆਪਾਂ ਕਰਾਂਗੇ। ਅੱਜ ਸਾਡੇ ਨਾਲ ਸਤਿਗੁਰ ਠਾਕੁਰ ਦਲੀਪ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਕੋ-ਹੋਸਟ ਹਰਦਿਆਲ ਸਿੰਘ ਚੀਤਾ ਜੀ ਨੇ। ਸਭ ਤੋਂ ਪਹਿਲਾਂ ਆਪਾਂ ਠਾਕੁਰ ਦਲੀਪ ਸਿੰਘ ਜੀ ਦਾ ਕਰਾਂਗੇ ਸਵਾਗਤ, ਤੇ ਉਸ ਤੋਂ ਬਾਅਦ ਪੂਰੀ ਗੱਲਬਾਤ ਨਾਮਧਾਰੀ ਸੰਪਰਦਾਇ ਬਾਰੇ ਕਰਾਂਗੇ। ਠਾਕੁਰ ਜੀ, ਤੁਹਾਡਾ ਸਵਾਗਤ ਹੈ PTN 24 ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੱਲਬਾਤ ਕਰ ਲਈਏ, ਨਾਮਧਾਰੀ ਸੰਪਰਦਾਇ ਦੀ ਗੱਲਬਾਤ ਕਰ ਲਈਏ। ਕਦੋਂ ਹੋਂਦ ਦੇ ਵਿੱਚ ਆਈ ਸੀਗੀ ਨਾਮਧਾਰੀ ਸੰਪਰਦਾਇ? ਨਾਮਧਾਰੀ ਸੰਪਰਦਾਇ ਈਸਵੀ ਸਨ 1857 ਵਿਸਾਖੀ ਦੇ ਮੌਕੇ ਤੇ ਇਹ ਹੋਂਦ ਵਿੱਚ ਆਉਂਦੀ ਹੈ, ਜਦੋਂ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਮੁਰਝਾਈ ਹੋਈ ਸਿੱਖੀ ਨੂੰ ਮੁੜ ਸੁਰਜੀਤ ਕੀਤਾ। ਤੇ ਉਸ ਸਮੇਂ 10ਵੇਂ ਪਾਤਸ਼ਾਹ ਦੀ ਮਰਿਆਦਾ ਉਹਨਾਂ ਨੇ ਸਾਨੂੰ ਮੁੜ ਦ੍ਰਿੜਾਈ, 5 ਪਿਆਰੇ ਸਾਜੇ ਔਰ ਸਾਰਾ ਕੁਝ ਜੋ ਮਰਿਆਦਾ ਸੱਚੇ ਪਾਤਸ਼ਾਹ ਦੀ ਦੱਸੀ ਹੋਈ ਸੀ, ਉਹ ਸਿੱਖਾਂ ਨੂੰ ਦ੍ਰਿੜ ਕਰਵਾਈ ਅਤੇ ਨਾਮ ਜਪਣ ਤੇ ਬਲ ਦਿੱਤਾ। ਇਸੇ ਕਰਕੇ ਉਹਨਾਂ ਦਾ ਬਚਨ ਮੰਨ ਕੇ ਜਿਹੜੇ ਸਿੱਖਾਂ ਨੇ ਨਾਮ ਜਪਿਆ, ਉਹ ਉਹਨਾਂ ਦਾ ਨਾਮ ਨਾਮਧਾਰੀ ਹੋ ਗਿਆ। ਮੁੱਖ ਰੂਪ ਵਿੱਚ ਅਸੀਂ ਤਾਂ ਸਿੱਖ ਹੈਗੇ। ਹੁਣ ਜਿਸ ਤਰ੍ਹਾਂ ਸਿੱਖਾਂ ਦੇ ਵਿੱਚ 5-6 ਸੰਪਰਦਾਇ ਨੇ, ਨਾਮਧਾਰੀ, ਨਿਰਮਲੇ, ਨਿਰੰਕਾਰੀ, ਉਦਾਸੀ, ਉਹ ਵੱਖੋ ਵੱਖਰੇ ਕਿਸੇ ਕਾਰਨ ਕਰਕੇ ਨਾਮ ਹੋ ਜਾਂਦੇ ਨੇ। ਹੈਗੇ ਤਾਂ ਮੁੱਖ ਰੂਪ 'ਚ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ। ਬਿਲਕੁਲ। ਸੋ ਨਾਮ ਜਪਣ ਕਰਕੇ ਨਾਮਧਾਰੀ ਅਖਵਾਏ। ਮਸਤਾਨੇ ਹੋਣ ਕਰਕੇ ਕੂਕਾਂ ਮਾਰਦੇ ਸੀ ਤੇ ਕੂਕੇ ਆਖਣ ਲੱਗ ਪਏ ਲੋਕ, ਉਹ ਕੂਕੇ ਅਖਵਾਏ। ਸੋ 1857 ਦੀ ਵਿਸਾਖੀ ਤੇ ਉਦੋਂ ਤੋਂ ਇਹ ਸੰਪਰਦਾਇ ਹੋਂਦ ਵਿੱਚ ਆਈ। ਔਰ ਸਤਿਗੁਰੂ ਰਾਮ ਸਿੰਘ ਜੀ ਨੇ ਮੁੱਖ ਰੂਪ ਦੇ ਵਿੱਚ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ, ਤੇ ਸਪਸ਼ਟ ਰੂਪ 'ਚ ਹੁਕਮ ਕੀਤਾ ਕਿ ਹਰ ਰੋਜ਼ ਇਹ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਅਕਾਲ ਪੁਰਖ, ਜੋ ਤੂੰ ਗੁਰੂ ਰੂਪ ਧਾਰ ਕੇ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਹੁਕਮ ਦਿੱਤਾ, ਉਹ ਹੁਕਮ ਸਾਨੂੰ ਮਨਾਈ। ਜੋ ਗੁਰਬਾਣੀ 'ਚ ਹੁਕਮ ਹੈ ਉਹਦੇ ਅਨੁਸਾਰ ਜੀਵਨ ਜਿਓ ਜੀ, ਇਹ ਹੁਕਮ ਦਿੱਤਾ। ਅਤੇ ਗੁਰਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਪਿੰਡੋਂ ਪਿੰਡ ਜਾ ਕੇ ਕੀਤਾ। ਪਿੰਡਾਂ ਦੇ ਵਿੱਚ ਜਿੱਥੇ ਧਰਮਸ਼ਾਲਾ ਸਨ, ਗੁਰਦੁਆਰਾ ਸ਼ਬਦ ਇਹਨਾਂ ਨਹੀਂ ਸੀ ਪ੍ਰਚਲਿਤ, ਧਰਮਸ਼ਾਲਾ ਦੇ ਵਿੱਚ ਬੀੜਾਂ ਪਈਆਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਉਹਨਾਂ ਬੀੜਾਂ ਨੂੰ ਚੂਹੇ ਖਾ ਗਏ, ਸਿਉਂਕ ਲੱਗ ਗਈ, ਉਹਨਾਂ ਨੂੰ ਜਾ ਕੇ ਆਪ ਸਾਫ਼ ਕੀਤਾ, ਸਤਿਕਾਰ ਕਰਕੇ ਪ੍ਰਕਾਸ਼ ਕੀਤਾ ਤੇ ਲੋਕਾਂ ਨੂੰ ਆਖਿਆ ਕਿ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਜੀ। ਸੋ ਅੰਮ੍ਰਿਤ ਛਕਣ ਤੇ ਬਹੁਤ ਜ਼ੋਰ ਦਿੱਤਾ, ਸਿੰਘ ਸਾਜਿਆ, ਪੱਕੀ ਮਰਿਆਦਾ ਜੋ ਵੀ ਖਾਲਸਾ ਪੰਥ ਦੀ ਸੀ ਜੀ। ਕਿਉਂਕਿ ਸਿੱਖਾਂ ਵਿੱਚ ਵੀ ਤੇ ਜਿਹੜੇ ਅੰਮ੍ਰਿਤਧਾਰੀ ਨਹੀਂ, ਉਹ ਵੀ ਸਿੱਖ ਹੈਗੇ ਨੇ। 10ਵੇਂ ਪਾਤਸ਼ਾਹ ਦੇ ਵੇਲੇ ਵੀ ਭਾਈ ਕਨ੍ਹਈਆ ਜੀ, ਭਾਈ ਨੰਦ ਲਾਲ ਜੀ ਸਨ। ਇਸ ਤਰ੍ਹਾਂ ਹੀ ਮਤਲਬ ਜਿਹੜੇ ਅੰਮ੍ਰਿਤਧਾਰੀ ਸਿੰਘ ਬਣਾਏ ਉਹਨਾਂ ਨੇ। ਔਰ ਉਸ ਸਮੇਂ 10 ਸਾਲਾਂ ਦੇ ਵਿੱਚ ਕਰੀਬ 10 ਲੱਖ ਸਿੰਘ ਸੱਜ ਗਿਆ ਸੀ ਉਸ ਮੌਕੇ ਤੇ। ਉਦੋਂ ਦੀ ਗਿਣਤੀ ਪੰਜਾਬ ਦੀ ਕਿੰਨੀ ਕੁ ਸੀ ਉਹ ਦੇਖ ਲਓ, ਮਹਾ ਪੰਜਾਬ ਦੇ ਵਿੱਚ। ਸੋ ਫਿਰ ਉਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਨੇ ਬਹੁਤ ਵੱਡੇ ਵੱਡੇ ਪਰਿਵਰਤਨ ਲਿਆਂਦੇ ਔਰ ਨਵੀਆਂ ਚੀਜ਼ਾਂ ਸ਼ੁਰੂ ਕੀਤੀਆਂ, ਕ੍ਰਾਂਤੀਕਾਰੀ ਕਦਮ ਚੁੱਕੇ ਜੀ। 1863 ਈਸਵੀ ਜੂਨ ਵਿੱਚ 3 ਜੂਨ ਨੂੰ ਖੋਟੇ ਪਿੰਡ ਵਿੱਚ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਾਵਾਂ ਪੜ੍ਹ ਕੇ
ਆਨੰਦ ਕਾਰਜ ਦੀ ਮਰਿਆਦਾ ਨਹੀਂ ਸੀ ਹੈਗੀ। ਇੱਥੋਂ ਤੱਕ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਆਪਣਾ ਆਨੰਦ ਵੀ ਜਿਹੜਾ ਹੈ ਉਹ ਵੀ ਪੰਡਤਾਂ ਨੇ ਕੀਤਾ ਸੀ। ਔਰ ਸਤਿਗੁਰੂ ਰਾਮ ਸਿੰਘ ਜੀ ਨੇ ਏਡੇ ਵੱਡੇ ਪਰਿਵਰਤਨ ਲਿਆਂਦੇ ਜਿਹੜੇ ਕਿ ਸਾਡੀ ਲੋਕ ਸਭਾ ਤਾਂ ਹੁਣ ਬਿੱਲ ਪਾਸ ਕਰਦੀ ਪਈ ਹੈ ਕਿ ਬਾਲ ਵਿਆਹ ਬੰਦ ਕਰੋ। ਉਹਨਾਂ ਨੇ ਉਦੋਂ ਕਿਹਾ ਕਿ 16 ਸਾਲ ਤੋਂ ਘੱਟ ਕੁੜੀ ਤੇ 18 ਸਾਲ ਤੋਂ ਘੱਟ ਲੜਕਾ ਨਹੀਂ ਹੋਣਾ ਚਾਹੀਦਾ ਜੀ। ਸੋ ਇਸ ਤਰ੍ਹਾਂ ਦੇ ਪਰਿਵਰਤਨ ਲਿਆਂਦੇ। ਵਿਆਹ ਆਨੰਦ ਕਾਰਜ ਲਾਵਾਂ ਪੜ੍ਹ ਕੇ ਉਹਨਾਂ ਨੇ ਸ਼ੁਰੂ ਕੀਤੇ। ਔਰ ਉਸ ਮੌਕੇ ਤੇ ਜਿਹੜੇ ਬ੍ਰਾਹਮਣ ਆਨੰਦ ਕਾਰਜ ਕਰਵਾਉਂਦੇ ਸੀ, ਕਿਉਂਕਿ ਵੇਦ ਰੀਤੀ ਨਾਲ ਹੁੰਦੇ ਸੀ ਤੇ ਉਹ ਬ੍ਰਾਹਮਣ ਹੀ ਕਰਵਾਉਂਦੇ ਸੀ, ਉਹਨਾਂ ਨੇ ਇਸ ਚੀਜ਼ ਦਾ ਬਹੁਤ ਵਿਰੋਧ ਕੀਤਾ। ਇੱਥੇ ਮੈਂ ਇੱਕ ਚੀਜ਼ ਹੋਰ ਸਪਸ਼ਟ ਕਰ ਦਿਆਂ ਕਿ ਸਾਡੇ 10 ਸਿੱਖ ਗੁਰੂ ਸਾਹਿਬਾਨ ਦੇ ਆਨੰਦ ਕਾਰਜ ਜਿਹੜੇ ਨੇ ਜਾਂ ਵਿਆਹ ਕਹਿ ਲਓ, ਉਹ ਵੇਦ ਰੀਤੀ ਨਾਲ ਹੋਏ ਨੇ ਇਤਿਹਾਸ ਦੇ ਅਨੁਸਾਰ। ਇੱਥੋਂ ਤੱਕ ਕਿ 10ਵੇਂ ਪਾਤਸ਼ਾਹ ਦਾ ਆਨੰਦ ਵੀ ਵੇਦ ਰੀਤੀ ਨਾਲ ਹੋਇਆ ਸੀ। ਸੋ ਉਹਨਾਂ ਨੇ ਬਾਲ ਵਿਆਹ ਬੰਦ ਕੀਤੇ, ਸਮਝ ਲਓ 1863 ਚ ਬਾਲ ਵਿਆਹ ਬੰਦ ਕੀਤੇ। ਔਰ ਆਨੰਦ ਕਾਰਜ ਮਰਿਆਦਾ ਸ਼ੁਰੂ ਕੀਤੀ। ਤੇ ਫਿਰ ਇੱਕ ਜਿਹੜੀ ਹੋਰ ਬਹੁਤ ਵੱਡੀ ਚੀਜ਼ ਕੀਤੀ ਕਿ ਆਨੰਦ ਕਾਰਜ ਸਸਤੇ ਕੀਤੇ, ਕਿ ਇਹ ਨਹੀਂ ਕਿ ਫਲਾਣੇ ਭਾਈ ਜੀ ਆਉਣਗੇ, ਜੇ ਫਲਾਣਾ ਬ੍ਰਾਹਮਣ ਜੀ ਨਹੀਂ ਆਉਣਗੇ ਤੇ ਫਲਾਣੇ ਭਾਈ ਜੀ ਆਉਣਗੇ ਤੇ ਉਹ ਹੀ ਪੜ੍ਹਨਗੇ ਲਾਵਾਂ ਤੇ ਉਹ ਇੰਨੇ 1000 ਰੁਪਈਆ ਲੈਣਗੇ। ਨਹੀਂ, ਤੁਸੀਂ ਜਿਹੜੇ ਵੀ ਸਿੱਖ ਹੈਗੇ ਹੋ ਆਪੇ ਹੀ ਗੁਰਬਾਣੀ ਪੜ੍ਹੋ, ਆਪੇ ਹੀ ਲਾਵਾਂ ਪੜ੍ਹੋ, ਆਪੇ ਹੀ ਕੀਰਤਨ ਕਰੋ ਤੇ ਅਰਦਾਸ ਕਰੋ। ਬਿਲਕੁਲ ਸਸਤਾ ਸਾਦਾ, ਕੇਵਲ 1.25 ਰੁਪਈਆ, ਤੇ ਉਹ ਵੀ ਇਸ ਕਰਕੇ ਕਿ ਜਿੰਨਾ ਕੜਾਹ ਪ੍ਰਸ਼ਾਦ ਬਣਨਾ, ਹੋਰ ਜੋ ਵੀ ਮਰਿਆਦਾ ਦੇ ਖਰਚੇ ਨੇ ਉਹਨਾਂ ਖਰਚਾ ਪੂਰਾ ਹੋ ਜਾਵੇ। ਕੋਈ ਉਹਦੇ ਵਿੱਚ ਜੇਬ 'ਚ ਪਾਉਣ ਵਾਸਤੇ ਕੋਈ ਪੈਸਾ ਨਹੀਂ। ਸੋ ਉਸ ਦਾ ਫਿਰ ਬ੍ਰਾਹਮਣਾਂ ਵੱਲੋਂ ਬੜਾ ਵਿਰੋਧ ਵੀ ਹੋਇਆ। ਉਹਦੇ ਕਰਕੇ ਕੋਈ ਕੇਸ ਚੱਲਿਆ ਜਿਹਦੇ ਕਰਕੇ 28 ਦਿਨ ਉਹਨਾਂ ਨੂੰ ਜਿਹੜਾ ਉਹ ਕਚਹਿਰੀ ਜਾਣਾ ਪਿਆ, ਲੁਧਿਆਣੇ ਜਾ ਕੇ ਉੱਥੇ ਕੇਸ ਭੁਗਤਦੇ ਰਹੇ ਜੀ। ਸੋ ਇਸ ਤਰ੍ਹਾਂ ਦੇ ਪਰਿਵਰਤਨ ਉਹਨਾਂ ਨੇ ਲਿਆਂਦੇ। ਉਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਹੀ ਸਿਆੜ ਪਿੰਡ ਵਿੱਚ ਜਾ ਕੇ ਉਹਨਾਂ ਨੇ ਇਸਤਰੀਆਂ ਨੂੰ ਅੰਮ੍ਰਿਤ ਛਕਾਇਆ। 10ਵੇਂ ਪਾਤਸ਼ਾਹ ਨੇ ਇਸਤਰੀਆਂ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ। ਇਹਦਾ ਇਹ ਨਹੀਂ ਮਤਲਬ ਮੈਂ ਕਹਿ ਰਿਹਾ ਕਿ ਬਈ ਉਹ ਨਾ ਕੋਈ ਉਹ ਛੋਟੇ ਸਨ, ਜਾਂ 10ਵੇਂ ਪਾਤਸ਼ਾਹ ਦੀ ਚੀਜ਼ ਹੀ ਸਤਿਗੁਰੂ ਰਾਮ ਸਿੰਘ ਨੇ ਅੱਗੇ ਦਿੱਤੀ, ਪਰ ਮਤਲਬ ਉਹਨਾਂ ਦੀ ਰਜਾ ਸੀ, ਉਸ ਮੌਕੇ ਸਮਾਂ ਨਹੀਂ ਬਣਿਆ ਤੇ ਉਹਨਾਂ ਨੇ ਇਸਤਰੀਆਂ ਹੋ ਸਕਦਾ ਉਸ ਸਮੇਂ ਇਸਤਰੀਆਂ ਨੇ ਆਪਣੇ ਆਪ ਅੰਮ੍ਰਿਤਪਾਨ ਕਰਨ ਦਾ ਉਪਰਾਲਾ ਹੀ ਨਾ ਕੀਤਾ ਹੋਵੇ। ਨਹੀਂ, ਜੋ ਵੀ ਕਾਰਨ ਜੋ ਵੀ ਬਣੇ ਹੋਣਗੇ, ਪਰ ਇਸਤਰੀਆਂ ਨੂੰ ਅੰਮ੍ਰਿਤਪਾਨ ਅਤੇ ਕਛਹਿਰੇ ਪਾਉਣੇ ਇਹ ਸਤਿਗੁਰੂ ਰਾਮ ਸਿੰਘ ਜੀ ਨੇ ਸ਼ੁਰੂ ਕਰਵਾਇਆ 1863 ਜੂਨ ਵਿੱਚ ਸਿਆੜ ਪਿੰਡ ਤੋਂ। ਸੋ ਇਸ ਤਰ੍ਹਾਂ ਦੇ ਪਰਿਵਰਤਨ ਸਿੱਖ ਪੰਥ ਵਿੱਚ ਲਿਆਂਦੇ ਔਰ ਮਰਿਆਦਾ 'ਚ ਸਿੱਖਾਂ ਨੂੰ ਪਰਪੱਕ ਕੀਤਾ। ਚੋਰੀ ਜਾਰੀ ਆਦਿ ਮਾੜੇ ਕਰਮ ਛੁਡਾਏ। ਕੁੜੀਆਂ ਮਾਰਨੀਆਂ ਸਖਤੀ ਨਾਲ ਬੰਦ ਕੀਤੀਆਂ। ਉਸ ਸਮੇਂ ਕੁੜੀਆਂ ਮਾਰਨ ਦਾ ਬਹੁਤ ਜ਼ਿਆਦਾ ਰਿਵਾਜ ਸੀ ਤੇ ਉਹ ਵੀ ਉਹਨਾਂ ਨੇ ਬੰਦ ਕੀਤਾ। ਸੋ ਇਸ ਤਰ੍ਹਾਂ ਦੇ ਪਰਿਵਰਤਨ ਉਹਨਾਂ ਨੇ। ਪਹਿਰਾਵੇ ਦੀ ਮੈਂ ਗੱਲ ਕਰਾਂ ਠਾਕਰ ਜੀ, ਜਿਹੜਾ ਤੁਹਾਡਾ ਪਹਿਰਾਵਾ ਇਹ ਹੋਰਾਂ ਜਿਵੇਂ ਆਪਾਂ ਕਹਿ ਦਈਏ ਸਿੱਖ ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਤੋਂ ਥੋੜਾ ਵੱਖਰਾ ਹੈ। ਇਹ ਪਹਿਰਾਵਾ ਕਦੋਂ ਹੋਣ ਦੇ ਵਿੱਚ ਆਇਆ ਸੀ? ਰਾਮ ਸਿੰਘ ਜੀ ਨੇ, ਬਾਬਾ ਰਾਮ ਸਿੰਘ ਜੀ ਨੇ ਸਟਾਰਟ ਕੀਤਾ ਸੀ ਪਹਿਰਾਵਾ? ਨਹੀਂ, ਇਹਨੂੰ ਅਸੀਂ ਸਤਿਗੁਰੂ ਰਾਮ ਸਿੰਘ ਦਾ ਦਿੱਤਾ ਪਹਿਰਾਵਾ ਨਹੀਂ ਕਹਿ ਸਕਦੇ। ਵੈਸੇ ਅਸੀਂ ਕਹੀ ਜਾਂਦੇ ਹਾਂ ਕਿ ਨਾਮਧਾਰੀ ਪਹਿਰਾਵਾ, ਅਸਲ 'ਚ ਸਿੱਖ ਪਹਿਰਾਵਾ ਜੀ, ਕਿਉਂਕਿ ਇਹ ਪਹਿਰਾਵਾ ਸਾਡੇ ਪਹਿਲੇ 10ਵੇਂ ਗੁਰੂ ਸਾਹਿਬਾਨ ਵੀ ਪਹਿਨਦੇ ਰਹੇ ਨੇ, ਵਿਸ਼ੇਸ਼ ਰੂਪ ਦੇ ਵਿੱਚ 6ਵੇਂ ਪਾਤਸ਼ਾਹ ਤੋਂ ਬਾਅਦ, ਕਿਉਂਕਿ 5 ਪਾਤਸ਼ਾਹੀਆਂ ਤੱਕ ਬਹੁਤ ਹੱਦ ਤੱਕ ਸੇਲੀ ਟੋਪੀ ਪਹਿਨੀ ਜਾਂਦੀ ਸੀ। ਉਸ ਤੋਂ ਬਾਅਦ ਦਸਤਾਰ ਸਜਣ ਲੱਗ ਪਈ ਤੇ ਫਿਰ 10ਵੇਂ ਪਾਤਸ਼ਾਹ ਦੇ ਸਮੇਂ ਵੀ 10ਵੇਂ ਪਾਤਸ਼ਾਹ ਵੀ ਪਜਾਮਾ ਵੀ ਪਹਿਨ ਲੈਂਦੇ ਸੀ। ਔਰ ਦਸਤਾਰ ਤਾਂ ਸਾਰੇ ਗੁਰੂ ਸਾਹਿਬਾਨ ਦੀ, 5 ਪਿਆਰਿਆਂ ਦੀ, ਸੰਤਾਂ ਮਹਾਤਮਾ ਦੀ, ਸਭ ਦੀ ਇਸੇ ਤਰ੍ਹਾਂ ਸੀ। ਅੱਜ ਵੀ ਜੇ ਤੁਸੀਂ ਦੇਖੋ ਜਿੰਨੇ ਸਾਧੂ ਸਿੱਖ ਪੰਥ ਵਿੱਚ ਜਿੰਨੇ ਵੀ ਸੰਤ ਮਹਾਤਮਾ ਨੇ, ਸਭ ਦੀ ਦਸਤਾਰ ਆਮ ਤੌਰ 'ਤੇ ਇਸ ਤਰ੍ਹਾਂ ਹੀ ਹੁੰਦੀ ਹੈ ਜੀ। ਜਿਹੜੀ ਇਹ ਨੁੱਕਰ ਵਾਲੀ ਦਸਤਾਰ ਹੈ, ਇਹ ਦਸਤਾਰ ਤਾਂ ਜਦੋਂ ਪੰਜਾਬ ਗੁਲਾਮ ਹੋਇਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦਿੱਤੀ ਹੈ ਤੇ ਉਹਦੇ ਵਿੱਚ ਵੀ ਇਤਿਹਾਸ ਦੇ ਅਨੁਸਾਰ ਇਹ ਹੈਗਾ ਕਿ ਉਦੋਂ ਕੁਝ ਸਿੱਖ ਸਾਡੇ ਅੰਗਰੇਜ਼ਾਂ ਨਾਲ ਰਲ ਗਏ ਔਰ ਖਾਸ ਕਰਕੇ ਸਿੱਖ ਮਹਾਰਾਜੇ ਨਾਭਾ, ਪਟਿਆਲਾ, ਕਪੂਰਥਲਾ, ਜੀਂਦ ਆਦਿ
ਇਹਨਾਂ ਦੀਆਂ ਫੌਜਾਂ ਹੋ ਗਈਆਂ ਹੋਰ, ਮਤਲਬ ਸਿੱਖਾਂ ਨੇ ਦੇਸ਼ ਨਾਲ ਗਦਾਰੀ ਕਰਕੇ ਤੇ ਅੰਗਰੇਜ਼ਾਂ ਦੀ ਨੌਕਰੀ ਕਰ ਲਈ। ਉਹ ਅੰਗਰੇਜ਼ਾਂ ਵੱਲੋਂ ਹੋ ਕੇ ਲੜਦੇ ਸੀ, ਇੱਧਰੋਂ ਸਿੱਖ ਫੌਜ ਲੜਦੀ ਸੀ। ਸਿੱਖ ਫੌਜ ਦੀ ਦਸਤਾਰ ਐ ਸੀ। ਉੱਥੇ ਉਹਨਾਂ ਨੇ ਵੱਖਰਾਪਣ ਕਰਨ ਵਾਸਤੇ ਵੀ ਉਹਨਾਂ ਨੂੰ ਫਿਰ ਉਹ ਪੱਗ ਬਣਾ ਦਿੱਤੀ। ਉਸ ਤੋਂ ਬਾਅਦ ਇਹ ਪੱਗ ਪ੍ਰਚਲਿਤ ਹੋਈ ਹੈ ਜਦੋਂ ਤੋਂ ਸਿੱਖਾਂ ਦੀ ਅੰਗਰੇਜ਼ ਫੌਜ ਵਿੱਚ ਭਰਤੀ ਹੋਈ ਹੈ, ਉਦੋਂ ਤੋਂ ਪੱਗ ਦਾ ਸਰੂਪ ਬਦਲਿਆ। ਔਰ ਇਹ ਪਹਿਰਾਵੇ ਦਾ ਇਹ ਸਾਰਾ ਕੁਝ ਜਿਹੜਾ ਅੰਗਰੇਜ਼ੀ ਫੌਜ ਦੇ ਵਿੱਚ ਆਉਣ ਕਰਕੇ ਉਸ ਤੋਂ ਬਾਅਦ ਬਦਲਿਆ। ਪਹਿਲਾਂ ਤਾਂ ਪਹਿਰਾਵਾ ਇਹ ਹੀ ਹੁੰਦਾ ਸੀ ਜੀ। ਸੋ ਇਹ ਪਹਿਰਾਵਾ ਸਿੱਖ ਪਹਿਰਾਵਾ ਹੈ, ਪਹਿਲੀਆਂ ਪਾਤਸ਼ਾਹੀਆਂ ਦਾ ਪਹਿਰਾਵਾ। ਅੱਜ ਅਸੀਂ ਇਹਨੂੰ ਨਾਮਧਾਰੀ ਪਹਿਰਾਵਾ ਕਹਿੰਦੇ ਹਾਂ, ਸਾਡਾ ਕੁਝ ਵੀ ਵੱਖਰਾ ਨਹੀਂ ਹੈ। ਧਰਮ ਦਾ ਅਸਲੀ ਅਰਥ ਹੁੰਦਾ ਕੀ ਹੈ? ਅਸਲ ਦੇ ਵਿੱਚ ਧਰਮ ਕੀ ਹੈ? ਸਰ ਚਮਕੌਰ ਸਿੰਘ ਜੀ, ਤੁਸੀਂ ਬੜਾ ਡੂੰਘਾ ਜਿਹਾ ਸਵਾਲ ਪੁੱਛ ਲਿਆ ਮੈਨੂੰ। ਧਰਮ ਸ਼ਬਦ ਬੜਾ ਹੀ ਵਿਆਪਕ ਸ਼ਬਦ ਹੈ ਜੀ, ਤੇ ਧਰਮ ਸ਼ਬਦ ਦੇ ਅਰਥ ਬੜੇ, ਜਿੱਥੇ ਜਿੱਥੇ ਜਿਸ ਤੁਕ ਦੇ ਵਿੱਚ ਆ ਗਿਆ, ਜਿਸ ਸੰਦਰਭ ਦੇ ਵਿੱਚ ਆ ਗਿਆ, ਉਹਦੇ ਅਨੁਸਾਰ ਉਸ ਸ਼ਬਦ ਦੇ ਅਰਥ ਕੀਤੇ ਜਾਂਦੇ ਨੇ। ਪਰ ਮੁੱਖ ਰੂਪ ਦੇ ਵਿੱਚ ਧਰਮ ਸ਼ਬਦ ਦਾ ਅਰਥ ਹੈ ਧਰਮੋ ਰਕਸ਼ਤੀ ਰਕਸ਼ਤੇ। ਧਰਮ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਬਣਿਆ ਤੇ ਧਰਮ ਦਾ ਮਤਲਬ ਉਹ ਹੈ ਜੋ ਸ੍ਰਿਸ਼ਟੀ ਨੂੰ ਧਾਰਨ ਕਰਦਾ, ਉਹ ਧਰਮ। ਸੋ ਇਹ ਧਰਮ ਦੇ ਮੁੱਖ ਰੂਪ ਦੇ ਵਿੱਚ ਧਰਮ ਸ਼ਬਦ ਦਾ ਅਰਥ ਹੈ ਉਹ ਪਵਿੱਤਰ ਨਿਯਮ ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਨਿੱਜੀ ਰੂਪ 'ਚ ਸੁਖੀ ਰਵੇ ਤੇ ਸ੍ਰਿਸ਼ਟੀ ਸੁਖੀ ਰਵੇ, ਉਹ ਧਰਮ ਹੈ ਜੀ। ਉਹ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਉੱਥੇ ਨਹੀਂ ਕੋਈ ਮਤਲਬ। ਇਹ ਮੁੱਢਲੇ ਸ਼ਬਦ ਦਾ ਅਰਥ ਮੈਂ ਦੱਸ ਰਿਹਾ। ਅੱਗੋਂ ਤਾਂ ਫਿਰ ਜਿੱਥੇ ਜਿੱਥੇ ਜਿਵੇਂ ਵਰਤਿਆ ਗਿਆ ਉਹਦੇ ਅਨੁਸਾਰ ਹੋ ਜਾਂਦੇ ਜੀ। ਹੁਣ ਧਰਮ ਸ਼ਬਦ ਜਿਹੜਾ ਹੈ ਇਹਦੇ ਵਾਸਤੇ ਗੁਰਬਾਣੀ ਦੇ ਵਿੱਚ ਵੀ ਬੜੀਆਂ ਤੁਕਾਂ ਦੇ ਵਿੱਚ ਇਸ ਸ਼ਬਦ ਨੂੰ ਵਰਤਿਆ ਗਿਆ। ਸਭ ਕੁਲ ਉਦਰੀ ਇੱਕ ਨਾਮ ਧਰਮ। ਇੱਥੇ ਧਰਮ ਸ਼ਬਦ ਉਹ ਹੀ ਹੈ ਜਿਹੜਾ ਸਾਂਝਾ ਧਰਮ ਜਿਹੜੀ ਮੈਂ ਵਿਆਖਿਆ ਕੀਤੀ। ਫਿਰ ਧਰਮ ਸ਼ਬਦ ਜਿਹੜਾ ਜੀ ਇਹ ਅੱਗੋਂ ਇਹਦਾ ਇੱਕ ਅਰਥ ਇੱਕ ਹੈਗਾ ਸਰਬ ਸਾਂਝਾ ਧਰਮ, ਇੱਕ ਹੈਗਾ ਸਵੈ ਧਰਮ ਨਿੱਜੀ ਧਰਮ, ਇੱਕ ਹੈਗਾ ਆਪੱਤੀਕਾਲੀਨ ਧਰਮ। ਸੋ ਸਾਂਝਾ ਧਰਮ ਤਾਂ ਉਹ ਹੈ ਕਿ ਮਿੱਠਾ ਬੋਲੋ, ਸਭ ਦੀ ਸੇਵਾ ਕਰੋ, ਸਭ ਨਾਲ ਪ੍ਰੇਮ ਕਰੋ। ਇਹ ਸਾਂਝੀਆਂ ਜੀਆਂ ਗੱਲਾਂ ਨੇ ਜਿਨ੍ਹਾਂ ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੋਇਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰ। ਉੱਥੇ ਕੋਈ ਵੱਖਰਾਪਣ ਨਹੀਂ ਹੈਗਾ। ਸੋ ਉਹ ਨਿਰਮਲ ਕਰਮ, ਸ਼ੁਭ ਕਰਮ, ਜੋ ਮਰਜ਼ੀ ਆਖ ਲਈਏ, ਉਹ ਸ਼ੁਭ ਕਰਮਾਂ ਦੀ ਗੱਲ ਆ ਗਈ। ਹੁਣ ਸ਼ੁਭ ਕਰਮਾਂ ਦੀ ਵਿਆਖਿਆ ਵੀ ਬਹੁਤ ਲੰਬੀ ਚੌੜੀ ਹੈ। ਸ਼ੁਭ ਕਰਮ ਜਾਂ ਧਰਮ ਕਰਮ, ਇਹਨਾਂ ਦੀ ਵਿਆਖਿਆ ਸਥਾਨ ਤੇ ਸਮੇਂ ਨਾਲ ਉਹ ਬਦਲ ਜਾਂਦੀ ਹੈ। ਇਟ ਚੇਂਜਸ ਵਿਦ ਟਾਈਮ ਐਂਡ ਪਲੇਸ। ਜੋ ਸ਼ੁਭ ਕਰਮ ਆਪਾਂ ਇੰਨੀ ਬਰਫ਼ ਪਈ ਵਿੱਚ ਅੱਜ ਵਾਂਗੂ ਕਰਾਂਗੇ, ਗਰਮੀਆਂ 'ਚ ਨਹੀਂ ਉਹ ਹੋਣਗੇ। ਅੱਜ ਇਸ ਵੇਲੇ ਗਰਮ ਪਾਣੀ ਪਿਆਵਾਂਗੇ, ਉਦੋਂ ਠੰਡਾ ਪਿਆਵਾਂਗੇ। ਬਿਲਕੁਲ ਇਸੇ ਤਰ੍ਹਾਂ ਜੋ ਰੇਗਿਸਤਾਨ ਦੀ ਗਰਮੀ ਦੇ ਵਿੱਚ ਧਰਮ ਕਰਮ ਹੈ, ਉਹ ਹਿਮਾਲਿਆ 'ਚ ਨਹੀਂ ਹੈਗਾ। ਸੋ ਸਥਾਨ ਤੇ ਸਮੇਂ ਨਾਲ ਇਹਦੀ ਵਿਆਖਿਆ ਬਦਲ ਜਾਂਦੀ ਹੈ। ਇਹ ਤੇ ਸਾਂਝੇ ਧਰਮ ਦੀ ਗੱਲ ਹੈ। ਉਸ ਤੋਂ ਬਾਅਦ ਨਿੱਜੀ ਧਰਮ ਆਉਂਦਾ ਹੈ। ਨਿੱਜੀ ਧਰਮ ਜਿਵੇਂ ਯੋਧਾ ਹੈ, ਕੋਈ ਫੌਜੀ ਹੈ, ਉਹਦਾ ਧਰਮ ਹੈ ਉੱਥੇ ਉਹਦਾ ਕਰਤੱਵ ਆ ਜਾਂਦਾ। ਉਹਦਾ ਧਰਮ ਹੈ ਕਿ ਉਹਨੇ ਲੜਨਾ, ਯੁੱਧ ਕਰਨਾ। ਇਸੇ ਤਰ੍ਹਾਂ ਵੱਖੋ ਵੱਖਰੇ ਥਾਵਾਂ ਤੇ ਵੱਖੋ ਵੱਖਰੇ ਲੋਕਾਂ ਦੇ ਕਰਤੱਵ ਨੇ, ਉਹਨਾਂ ਦਾ ਉਹ ਧਰਮ ਹੈ ਜੀ। ਹੁਣ ਇੱਥੇ ਆ ਕੇ ਫਿਰ ਉਹਨਾਂ ਉਸ ਯੋਧੇ ਦੇ ਕਰਤੱਵ ਦੇ ਵਿੱਚ ਵੀ ਸਮੇਂ ਨਾਲ ਫਿਰ ਉਹਦੇ ਵਿੱਚ ਫਰਕ ਪੈ ਜਾਂਦਾ ਕਿ ਭਾਵੇਂ ਯੋਧੇ ਦਾ ਕੰਮ ਲੜਨਾ ਹੈ, ਪਰ ਉਹਦਾ ਇਹ ਤਾਂ ਨਹੀਂ ਨਾ ਮਤਲਬ ਕਿ ਹਰ ਵੇਲੇ ਹੀ ਲੜੀ ਜਾਣਾ ਜੀ। ਜਿਵੇਂ ਇੱਕ ਆਮ ਕਹਾਵਤ ਹੈਗੀ ਹੈ ਨਾ ਕਿ ਉਹ ਸਿੱਖਾਂ ਨੂੰ ਮਖੌਲ ਕਰਦੇ ਨੇ, ਸਿੱਖ ਹੀ ਕਰਦੇ ਨੇ ਆਪਸ ਵਿੱਚ ਕਿ ਬਈ ਦੰਗਾ ਹੀ ਗੁਰ ਤੇ ਮੰਗਾ। ਜੇ ਹੋਰ ਨਾ ਕੋਈ ਲੜਨ ਨੂੰ ਲੱਭੇ ਤੇ ਆਪਸ 'ਚ ਹੀ ਲੜਨ ਲੱਗ ਪਓ। ਮਤਲਬ ਉਹ ਨਹੀਂ, ਇਹ ਨਹੀਂ ਗੱਲ ਹੈਗੀ। ਯਾਨੀ ਯੋਧੇ ਦਾ ਕੰਮ ਤੇ ਹੈਗਾ ਕਿ ਉਹਨੇ ਕਿਸੇ, ਜਿਹੜਾ 10ਵੇਂ ਪਾਤਸ਼ਾਹ ਦਾ ਬਚਨ ਹੈ ਨਾ ਕਿ ਖਾਲਸਾ ਸੋ
ਦੁਸ਼ਟਨ ਕੋ ਗਾਲੇ ਤੇ ਖਾਲਸਾ ਸੋ ਨਿਰਤਨ ਕੋ ਪਾਲੇ। ਦੁਸ਼ਟ ਨੂੰ ਮਾਰਨ ਵਾਸਤੇ ਤਾਂ ਲੜਨਾ ਠੀਕ ਹੈ, ਪਰ ਕਿਸੇ ਗਰੀਬ ਨੂੰ ਨਿਰਤਨ ਵਾਸਤੇ ਤਾਂ ਲੜਨਾ ਮਰਨਾ ਮਾਰਨਾ ਠੀਕ ਨਹੀਂ ਨਾ। ਬਿਲਕੁਲ। ਸੋ ਉੱਥੇ ਆ ਕੇ ਵੀ ਫਰਕ ਪੈ ਜਾਂਦਾ ਹੈ। ਬਾਕੀ ਧਰਮ ਸ਼ਬਦ ਜਿਹੜਾ ਜੀ ਇਹਦੇ ਇੱਕ ਤਾਂ ਹੋ ਗਿਆ ਸਾਂਝਾ ਧਰਮ, ਫਿਰ ਉਸ ਤੋਂ ਬਾਅਦ ਆ ਗਿਆ ਨਿੱਜੀ ਧਰਮ। ਵਪਾਰੀ ਨੇ ਵਪਾਰ ਕਰਨਾ, ਉਹਦਾ ਧਰਮ ਉਹ ਹੈ। ਫਿਰ ਅੱਗੋਂ ਇੱਕ ਆਪੱਤੀਕਾਲੀਨ ਧਰਮ ਆ ਜਾਂਦਾ। ਆਪੱਤੀਕਾਲੀਨ ਧਰਮ ਉਹ ਹੈ ਕਿ ਜਿਹੜਾ ਵੈਸੇ ਧਰਮ ਦੀ ਮਰਿਆਦਾ ਵਿੱਚ, ਉਹਦੇ ਨਿਯਮਾਂ ਵਿੱਚ ਜਿਹੜੀਆਂ ਕੰਮ ਨਹੀਂ ਆਉਂਦੇ, ਜਿਸ ਵੇਲੇ ਆਪੱਤੀ ਦੇ ਵਿੱਚ ਹੈਗੇ ਆ, ਉਸ ਵੇਲੇ ਉਹ ਨਿਯਮ ਛੱਡ ਕੇ ਸਮੇਂ ਦੇ ਅਨੁਸਾਰ ਉਹਨੂੰ ਬਦਲਣਾ ਠੀਕ ਹੈ ਜੀ। ਜਿਸ ਤਰ੍ਹਾਂ ਜਦੋਂ ਫੌਜ ਲੜਦੀ ਹੁੰਦੀ ਹੈ, ਉਸ ਵੇਲੇ ਇਹ ਲੱਗਦਾ ਹੈ ਉਹਨੂੰ, ਜਿਹੜਾ ਸੈਨਾਪਤੀ, ਉਹਨੂੰ ਲੱਗਦਾ ਕਿ ਘੇਰਾ ਪੈ ਗਿਆ, ਤੇ ਇਸ ਵੇਲੇ ਫੌਜ ਮਰਵਾਉਣੀ ਠੀਕ ਨਹੀਂ। ਉਹ ਹੁਕਮ ਦਿੰਦਾ ਕਿ ਵਾਪਸ ਭੱਜੋ। ਹਾਲਾਂਕਿ ਇੱਕ ਪੱਖੋਂ ਹੈਗਾ ਕਿ ਵੀ ਨਹੀਂ, ਲੜ ਕੇ ਮਰ ਜਾਓ ਸਾਹਮਣੇ, ਭੱਜਣਾ ਨਹੀਂ, ਕਾਇਰਤਾ ਨਹੀਂ। ਉਸ ਵੇਲੇ ਭੱਜਣਾ ਠੀਕ ਹੈ ਕਿਉਂਕਿ ਆਪੱਤੀਕਾਲੀਨ ਧਰਮ ਹੈ। ਮੁੜ ਕੇ ਸਮਾਂ ਦੇਖ ਕੇ ਫਿਰ ਹਮਲਾ ਕਰ ਲਓ। ਉੱਥੇ ਮਰ ਕੇ ਆਪਣੀ ਜਾਨ ਦੇ ਦੇਣੀ ਕੋਈ ਅਕਲਮੰਦੀ ਨਹੀਂ ਹੈ। ਇਸੇ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਨੇ ਜਦੋਂ ਪਾਕਿਸਤਾਨ ਬਣਿਆ, ਉਦੋਂ ਸਾਡੀਆਂ ਲੱਖਾਂ ਧੀਆਂ ਭੈਣਾਂ ਨੇ ਖੂਹਾਂ 'ਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦਿੱਤੀਆਂ ਆਪਣਾ ਸੱਚ ਬਚਾਉਣ ਵਾਸਤੇ। ਉਹ ਆਪੱਤੀਕਾਲੀਨ ਧਰਮ ਹੈ। ਸੋ ਇਸ ਤਰ੍ਹਾਂ ਕਰਕੇ ਧਰਮ ਦੀ ਵਿਆਖਿਆ ਵੀ ਬੜੀ ਲੰਬੀ ਚੌੜੀ ਹੈ ਔਰ ਸਮੇਂ ਅਨੁਸਾਰ ਬਦਲਦੀ ਹੈ। ਔਰ ਇਹਦੀਆਂ 3 ਵਿਆਖਿਆ ਮੁੱਖ ਰੂਪ 'ਚ ਨੇ। ਅਸੀਂ ਜਿਨ੍ਹਾਂ ਨੂੰ ਰਾਖਸ਼ ਕਹਿ ਦਿੰਦੇ ਹਾਂ, ਰਾਮਾਇਣ ਦੇ ਵਿੱਚ ਜਿਹੜਾ ਇਹਨਾਂ ਨੇ ਰਾਮਾਨੰਦ ਸਾਗਰ ਜੀ ਨੇ ਬਣਾਈ ਹੈ, ਉਹਦੇ ਵਿੱਚ ਵਿਭੀਸ਼ਣ ਤੇ ਕੁੰਭਕਰਨ ਦਾ ਸੰਵਾਦ ਹੈ। ਉਹ ਦੇਖਣ ਵਾਲਾ ਹੈ ਕਿ ਵਿਭੀਸ਼ਣ ਕੁੰਭਕਰਨ ਨੂੰ ਸਮਝਾਉਣ ਜਾਂਦਾ ਕਿ ਤੂੰ ਧਰਮ ਦਾ ਸਾਥ ਦੇ, ਤੇ ਜੋ ਅੱਗੋਂ ਕੁੰਭਕਰਨ ਨੂੰ ਕਹਿੰਦਾ ਕਿ ਧਰਮ ਕੀ ਹੈ, ਤੂੰ ਤੇ ਆਪਣੇ ਦੇਸ਼ ਨਾਲ ਧਰੋਹ ਕਰਦਾ ਪਿਆ, ਤੂੰ ਧਰਮੀ ਕਿੱਥੋਂ? ਹੁਣ ਉੱਥੇ ਕਿਹੜੀ ਗੱਲ ਜਿਹੜੀ ਹੈ ਉਹਨੂੰ ਆਪਾਂ ਠੀਕ ਮੰਨਾਂਗੇ ਜੀ? ਸੋ ਆਪਣੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ ਤੇ ਆਪਣੇ ਸੰਸਕਾਰ, ਆਪਣੇ ਗਿਆਨ ਔਰ ਆਪਣੇ ਸ਼ਬਦ ਭੰਡਾਰ ਦੇ ਅਨੁਸਾਰ ਅਸੀਂ ਧਰਮ ਦੀ ਵਿਆਖਿਆ ਫਿਰ ਉੱਥੇ ਕਰ ਲੈਂਦੇ ਹਾਂ ਜੀ। ਧਰਮਾਂ ਦੇ ਵਿੱਚ ਬਾਬਾ ਜੀ ਬਖਰੇਵੇਂ ਬੜੇ ਪੈ ਰਹੇ ਨੇ ਅੱਜ ਕੱਲ੍ਹ। ਇੱਕ ਦੂਜੇ ਧਰਮਾਂ ਦੇ ਉੱਪਰ ਅਟੈਕ ਹੋ ਰਹੇ ਨੇ। ਕੀ ਕਾਰਨ ਕੀ ਮੰਨਦੇ ਹੋ ਤੁਸੀਂ? ਕਿਉਂਕਿ ਹਾਲਾਂਕਿ ਸਾਰੇ ਧਰਮ ਇੱਕੋ ਹੀ ਗੱਲ ਕਹਿੰਦੇ ਆ ਕਿ ਤੁਸੀਂ ਆਪਸ ਵਿੱਚ ਸਾਰੇ ਭਾਈ ਭਾਈ ਹੋ। ਲੜਾਈ ਝਗੜਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਲਿਖਿਆ ਕਿ ਤੁਸੀਂ ਧਰਮ ਦੇ ਨਾਂ ਤੇ ਕੋਈ ਵੱਡਾ ਟੁੱਕੀ ਕਰੋ। ਫਿਰ ਇਹ ਕਾਰਨ ਕੀ ਆ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਧਰਮਾਂ ਦੇ ਵਿੱਚ ਬਖਰੇਵੇਂ ਕਿਉਂ ਪੈ ਰਹੇ? ਇਸ ਤਰ੍ਹਾਂ ਜੀ ਕਿ ਧਰਮ, ਜਿਵੇਂ ਤੁਸੀਂ ਕਿਹਾ ਕਿ ਧਰਮ ਲੜਾਉਂਦਾ ਨਹੀਂ, ਧਰਮ ਤਾਂ ਜੋੜਦਾ, ਧਰਮ ਤੋੜਦਾ ਨਹੀਂ ਹੈਗਾ। ਸਾਦੀ ਜੀ ਗੱਲ ਹੈ। ਔਰ ਇੱਥੇ ਮੈਂ ਇੱਕ ਹੋਰ ਚੀਜ਼ ਸਪਸ਼ਟ ਕਰ ਦਿਆਂ ਜੀ ਕਿ ਅੱਜ ਕੱਲ੍ਹ ਇੱਕ ਹੋਰ ਬੜਾ ਇਹ ਗੱਲ ਕੀਤੀ ਜਾਂਦੀ ਹੈ ਕਿ ਧਰਮ ਤੋਂ ਮਾਨਵਤਾ ਵੱਡੀ ਹੈ। ਮੈਂ ਸਾਰੇ ਸਰੋਤਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਮਾਨਵਤਾ ਤਾਂ ਸ਼ਬਦ ਦੀ ਹੋਂਦ ਹੀ ਹੁਣ ਹੋਈ ਹੈ। ਧਰਮ ਤਾਂ ਜੋ ਸ੍ਰਿਸ਼ਟੀ ਬਣੀ ਹੈ, ਸ਼ਬਦ ਦੀ ਹੋਂਦ ਉਦੋਂ ਤੋਂ ਹੈ, ਬਹੁਤ ਪੁਰਾਤਨ ਹੈ। ਮਾਨਵਤਾ ਸ਼ਬਦ ਹੁਣ ਆਇਆ। ਮਾਨਵਤਾ ਦੇ ਨਿਯਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹ ਉਹ ਹੀ ਨਿਯਮ ਨੇ ਜਿਹੜੇ ਧਰਮ ਦੇ ਨਿਯਮ ਨੇ ਜੀ। ਤੇ ਇਹ ਨਿਯਮ ਚੁੱਕ ਕੇ ਮਾਨਵਤਾ ਨੇ ਅਪਣਾ ਲਏ ਤੇ ਉਹ ਆਖਿਆ ਜੀ ਇਹ ਮਾਨਵਤਾ ਦੇ ਨੇ। ਅਸਲ ਜਦੋਂ ਧਰਮ ਦੇ ਨਿਯਮ ਨੇ, ਦਿੱਤੇ ਹੀ ਧਰਮ ਨੇ। ਹੁਣ ਧਰਮ ਸ਼ਬਦ ਜਿਹੜਾ ਹੈ, ਧਰਮ ਜਿਵੇਂ ਸ਼ਬਦ ਉਹ ਬੜਾ ਵਿਆਪਕ ਹੈ। ਧਰਮ ਸ਼ਬਦ ਨੂੰ ਸੰਪਰਦਾ ਦੇ ਰੂਪ 'ਚ ਵੀ ਲਿਆ ਜਾਂਦਾ ਹੈ। ਮਜ਼ਹਬ, ਸੰਪਰਦਾ, ਕੁਛ ਵੀ ਕਹਿ ਲਈਏ ਜੀ, ਜਿਸ ਤਰ੍ਹਾਂ ਹਿੰਦੂ, ਸਿੱਖ, ਮੁਸਲਮਾਨ ਆਦਿ। ਹੁਣ ਇੱਥੇ ਆ ਕੇ ਅਸਲ 'ਚ ਧਰਮ ਸੰਪਰਦਾਇ ਨਹੀਂ ਹੈਗੀ, ਪਰ ਜੇ ਸੰਪਰਦਾਇ ਵੀ ਲੈ ਲਈਏ ਤਾਂ ਸੰਪਰਦਾਇ ਵੀ ਮਾੜੀ ਚੀਜ਼ ਨਹੀਂ। ਕੋਈ ਮਜ਼ਹਬ ਮਾੜਾ ਇਸ ਤਰ੍ਹਾਂ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਉਹਦੀ ਹੋਂਦ ਆਈ, ਜਿਸ ਮਹਾਂਪੁਰਸ਼ ਨੇ ਵੀ ਉਹਦੀ ਹੋਂਦ ਲਿਆਂਦੀ, ਉਹਨਾਂ ਨੇ ਮਾੜੀ ਨੀਅਤ ਨਾਲ ਨਹੀਂ ਲਿਆਂਦੀ। ਜਿਹੜੇ ਉਹਨਾਂ ਦੇ ਸ਼ਿਸ਼ ਸਨ, ਉਹਨਾਂ ਚੇਲਿਆਂ ਨੂੰ ਸਿੱਧਾ ਰਾਹ ਵਿਖਾਉਣ ਲਈ ਇਕੱਤਰ ਕਰਕੇ ਇੱਕ ਜੀਵਨ ਜਿਉਣ ਦੀ ਜਾਚ ਦੱਸੀ ਜੀ। ਉਹ ਕਈ ਵਾਰੀ ਤਾਂ ਉਹ ਮਹਾਂਪੁਰਸ਼ ਸੱਚੀ ਮੁੱਚੀ ਇੱਕ ਸੰਪਰਦਾ ਖੜੀ ਕਰਦੇ ਨੇ, ਇੱਕ ਨਾਮ ਦੇ ਕੇ।
ਤੇ ਕਈ ਵਾਰੀ ਉਹਨਾਂ ਦੇ ਨਾਮ ਤੇ ਆਪੇ ਹੀ ਖੜੀ ਹੋ ਜਾਂਦੀ ਹੈ। ਜੀ ਜਿਵੇਂ ਕਬੀਰ ਜੀ ਦੇ ਨਾਂ ਤੇ ਕਬੀਰ ਪੰਥੀਏ ਹੋ ਗਏ, ਜੀ ਸੇਵਾ ਪੰਥੀਏ, ਦਾਦੂ ਪੰਥੀਏ। ਉਹ ਕਬੀਰ ਜੀ ਨੇ ਤਾਂ ਕੋਈ ਵੱਖਰਾ ਮਜ਼ਹਬ ਬਣਾਇਆ ਹੀ ਨਹੀਂ, ਹੂੰ ਪਰ ਇੱਕ ਉਹਨਾਂ ਦੇ ਨਾਂ ਤੇ ਸੰਪਰਦਾ ਖੜੀ ਹੋ ਗਈ। ਸੋ ਇਸ ਤਰ੍ਹਾਂ ਕਰਕੇ ਹੁੰਦਾ ਕੀ ਹੈ ਕਿ ਅਸੀਂ ਧਰਮ ਨਹੀਂ ਲੜਾਉਂਦਾ, ਧਰਮ ਦੇ ਨਾਂ ਤੇ ਅਸੀਂ ਲੜ ਪੈਂਦੇ। ਅਸੀਂ ਕਿਉਂਕਿ ਸਤਿਗੁਰੂ ਜਗਜੀਤ ਸਿੰਘ ਜੀ ਦਾ ਬਚਨ ਹੈ ਕਿ ਲੜਾਈ ਮਨੁੱਖਾਂ ਦੀ ਨਹੀਂ ਹੁੰਦੀ, ਲੜਾਈ ਵਿਚਾਰਾਂ ਦੀ ਹੁੰਦੀ। ਜੀ ਜਿੱਥੇ ਵਿਚਾਰ ਨਹੀਂ ਰਲਦੇ ਇੱਕ ਦੂਸਰੇ ਤੇ ਅਸੀਂ ਵਿਚਾਰ ਠੋਸਣੇ ਚਾਹੁੰਦੇ ਹਾਂ, ਉੱਥੇ ਲੜਾਈ ਹੋ ਜਾਂਦੀ। ਹੁਣ ਇਹਦੀ ਬੜੀ ਪ੍ਰਤੱਖ ਜਿਹੀ ਮਿਸਾਲ ਹੈਗੀ ਹੈ ਜੀ ਕਿ ਕਮਿਊਨਿਸਟਾਂ ਨਾਲ ਲੜੀ ਜਾਂਦੇ ਨੇ। ਸਾਡੇ ਦੇਸ਼ ਦੇ ਵਿੱਚ ਹੀ ਤੁਹਾਨੂੰ ਪਤਾ 2-3 ਪਾਰਟੀਆਂ ਨੇ ਕਮਿਊਨਿਸਟਾਂ ਦੀ। ਉਹ ਸਭ ਇੱਕ ਦੂਸਰੇ ਨੂੰ ਵੇਖ ਨਹੀਂ ਸਿਖਾਉਂਦੇ। ਬਿਲਕੁਲ। ਉਹ ਕਿਉਂ ਲੜਦੇ ਨੇ? ਹੁਣ ਕਮਿਊਨਿਜ਼ਮ ਤੇ ਰਿਲੀਜਨ ਨਹੀਂ ਨਾ ਹੈਗਾ, ਔਰ ਹਾਲਾਂਕਿ ਧਰਮ ਸ਼ਬਦ ਦਾ ਅਰਥ ਰਿਲੀਜਨ ਨਹੀਂ ਹੈਗਾ। ਜੀ ਧਰਮ ਦੀ ਟ੍ਰਾਂਸਲੇਸ਼ਨ ਸਹੀ ਰੂਪ 'ਚ ਇੰਗਲਿਸ਼ 'ਚ ਹੈ ਹੀ ਨਹੀਂ, ਪਰ ਜੇ ਨੇੜੇ ਤੇੜੇ ਦੀ ਕਹੀਏ ਤਾਂ ਉਹ ਰਾਈਟੀਅਸਨੈਸ ਹੈ। ਜੀ ਪਰ ਉਹ ਕਮਿਊਨਿਸਟ ਕਿਉਂ ਲੜੀ ਜਾਂਦੇ ਨੇ ਆਪਸ ਵਿੱਚ? ਉਸ ਤੋਂ ਅੱਗੇ ਆਈਏ ਤੇ ਹਰੇਕ ਪਰਿਵਾਰ 'ਚ ਲੜਾਈ ਹੋਈ ਜਾਂਦੀ ਹੈ, ਪਤੀ ਪਤਨੀ ਲੜੀ ਜਾਂਦੇ ਨੇ। ਉਹ ਕਿਉਂ ਲੜੀ ਜਾਂਦੇ ਨੇ? ਹੁਣ ਅਸੀਂ ਜਦੋਂ ਛੋਟੇ ਹੁੰਦੇ ਹਾਂ ਉਦੋਂ ਇੱਕ ਪਿੰਡ ਤੇ 2 ਪਿੰਡ, ਗੁਆਂਢੀ ਪਿੰਡਾਂ ਦੇ ਖੇਡਾਂ ਹੁੰਦੀਆਂ ਸੀ ਜੀ। ਉੱਥੇ ਉਹ ਖੇਡ ਹੁੰਦੇ ਲੜ ਪੈਂਦੇ ਹੁੰਦੇ ਸੀ। ਸਾਰੇ ਹੀ ਨਾਮਧਾਰੀਏ ਸੀ, ਸਾਰੇ ਹੀ ਰਿਸ਼ਤੇਦਾਰ, ਸਾਰੇ ਹੀ ਇਕੱਠੇ ਸੀ, ਖੇਡਦੇ ਲੜ ਪੈਂਦੇ ਸੀ। ਸੋ ਇਸ ਕਰਕੇ ਲੜਾਈ ਵਿਚਾਰਾਂ ਕਰਕੇ ਹੁੰਦੀ ਹੈ, ਧਰਮ ਨਹੀਂ ਲੜਾਉਂਦਾ। ਕਮਿਊਨਿਸਟ ਕੈਪੀਟਲਿਸਟ ਲੜੀ ਜਾਂਦੇ। ਔਰ ਜਦੋਂ ਅਸੀਂ ਇਹਨੂੰ ਕਹਿ ਲੈਨੇ ਨਾ ਕਿ ਹਿਊਮੈਨਿਟੇਰੀਅਨਿਜ਼ਮ, ਜਿੱਥੇ ਇਜ਼ਮ ਆ ਗਿਆ, ਫਿਰ ਉਹ ਹਿਊਮੈਨਿਟੇਰੀਅਨਿਜ਼ਮ ਜਿਹੜਾ ਉਹ ਆਪਸ ਵਿੱਚ ਲੜੀ ਜਾਂਦਾ। ਜਾਤਾਂ ਦੀ ਲੜਾਈ ਹੈ। ਸੋ ਸਾਡੇ ਵਿਚਾਰਾਂ ਦੀ ਲੜਾਈ ਹੈ ਇਸ ਰਾਜ ਜੀ, ਧਰਮ ਨਹੀਂ ਲੜਾਉਂਦਾ। ਔਰ ਮਹਾਂਪੁਰਸ਼ਾਂ ਦੇ ਨਾਂ ਤੇ ਅੱਗੋਂ ਜਿਵੇਂ ਪਾਰਟੀਆਂ ਬਣ ਜਾਂਦੀਆਂ ਨੇ, ਸਿਆਸੀ ਪਾਰਟੀਆਂ ਖੜੀਆਂ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਸੰਪਰਦਾ ਖੜੀਆਂ ਹੋ ਜਾਂਦੀਆਂ ਨੇ। ਹਰ ਵਾਰੀ ਉਹਨਾਂ ਨੇ ਬਣਾਈਆਂ ਨਹੀਂ ਹੁੰਦੀਆਂ ਜੀ। ਔਰ ਧਰਮ ਦੀ ਜਿਹੜੀ ਸਾਂਝੇ ਧਰਮ ਦੀ ਮੈਂ ਗੱਲ ਕੀਤੀ ਹੈ, ਉਹ ਧਰਮ ਦੀ ਬੜੀ ਸੁੰਦਰ ਵਿਆਖਿਆ ਇੱਕ ਆਯੁਰਵੇਦ ਦਾ ਬੜਾ ਪੁਰਾਤਨ ਗ੍ਰੰਥ ਹੈ, ਅਸ਼ਟਾਂਗ ਹਰਿਦਯਮ। ਉਹਦਾ ਇੱਕ ਵੱਡਾ ਅਧਿਆਇ ਹੈ ਸਰੀਰ ਸਥਾਨਮ। ਉਹਦੇ ਵਿੱਚ ਜਿਹੜਾ ਛੋਟਾ ਅਧਿਆਇ ਤੀਸਰਾ, ਉੱਥੇ ਧਰਮ ਦੀ ਵਿਆਖਿਆ ਕੀਤੀ ਹੈ ਜੀ। ਬੜੀ ਸੁੰਦਰ ਵਿਆਖਿਆ। ਹਾਲਾਂਕਿ ਵੈਦਿਕ ਦੇ ਵਿੱਚ ਧਰਮ ਦਾ ਤਾਂ ਕੋਈ ਮਤਲਬ ਨਹੀਂ ਬਣਦਾ, ਪਰ ਕਿਉਂਕਿ ਧਰਮ ਦੀ ਵਿਆਖਿਆ ਉਹ ਹੀ ਹੈ ਜਿਨ੍ਹਾਂ ਉਹ ਧਰਮ ਕਰਮ ਨੇ ਜਿਨ੍ਹਾਂ ਨੂੰ ਕਰਕੇ ਮਨੁੱਖ ਸੁਖੀ ਰਹੇ। ਜੀ ਜੇ ਮਨੁੱਖ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਰੋਗੀ ਹੁੰਦਾ ਹੈ, ਉਹਦੇ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਸਾਨੂੰ ਮਨੁੱਖ ਨੂੰ ਕਲਪਨਾ ਕਰਕੇ ਆਉਂਦੇ ਨੇ, ਕ੍ਰੋਧ ਕਰਕੇ ਆਉਂਦੇ ਨੇ। ਕਈਆਂ ਨੂੰ ਕ੍ਰੋਧ ਕਰਕੇ ਜਾਂ ਚਿੰਤਾ ਕਰਕੇ ਐਲਰਜੀ ਹੋ ਜਾਂਦੀ ਜੀ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਉਹਦੇ 'ਚ ਬੜੀ ਸੁੰਦਰ ਵਿਆਖਿਆ ਕਿ ਇਹ ਕੰਮ ਨਾ ਕਰੋ, ਤੁਹਾਡਾ ਜੀਵਨ ਸੁਖੀ ਚੱਲੇਗਾ। ਜੀ। ਸੋ ਧਰਮ ਦੇ ਅਸਲੀ ਅਰਥ ਤਾਂ ਉਹ ਨੇ। ਹੁਣ ਧਰਮ ਦੇ ਵਿੱਚ ਮੁੱਖ ਰੂਪ ਦੇ ਵਿੱਚ ਧਰਮ ਦੇ ਵੈਸੇ 4 ਪੈਰ ਮੰਨੇ ਗਏ ਨੇ, ਜਿਨ੍ਹਾਂ ਚੋਂ ਮੁੱਖ ਰੂਪ 'ਚ ਦਇਆ ਮੰਨਿਆ ਗਿਆ। ਜੀ। ਦਇਆ ਦਾ ਉਲਟ ਹੈ ਕਰੂਰਤਾ। ਹੁਣ ਸਾਡੇ ਸੱਚੇ ਪਾਤਸ਼ਾਹ ਉਹ ਤੇ ਧਰਮੀ ਸਨ। ਧਰਮ ਸਥਾਪਨ 10ਵੇਂ ਪਾਤਸ਼ਾਹ ਬਚਨ ਕੀਤਾ ਹੈ ਨਾ ਕਿ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜੀ। ਹੁਣ ਦੁਸ਼ਟਾਂ ਤੋਂ ਮੂਲ ਨਾਸ਼ ਕਰਨ ਦਾ ਕੀ ਮਤਲਬ? ਉਹ ਤਾਂ ਹਿੰਸਾ ਨਾਲ ਹੀ ਹੋਏਗਾ। ਹਾਲਾਂਕਿ ਹਿੰਸਾ ਕਰਨੀ ਧਰਮ ਵਿੱਚ ਮਨ੍ਹਾ ਹੈ, ਜੀ। ਪਰ ਸਮੇਂ ਅਨੁਸਾਰ ਜੋ ਵੀ ਲੋੜ ਪਵੇ ਉਹ ਕਰ ਲੈਣਾ ਯੋਗ ਹੈ। ਗਰੀਬ ਤੇ ਹਿੰਸਾ ਕੀਤੀ, ਮਾੜੇ ਤੇ ਹਿੰਸਾ ਕੀਤੀ, ਉਹ ਆ ਧਰਮ ਹੈ, ਪਰ ਦੁਸ਼ਟ ਨੂੰ ਦੰਡ ਦੇਣਾ ਉਹ ਧਰਮ ਹੈ ਜੀ। ਸੋ ਇਸ ਕਰਕੇ ਧਰਮ ਨਹੀਂ ਲੜਾਉਂਦਾ। ਜਿਵੇਂ ਤੁਸੀਂ ਕਿਹਾ, ਸਾਡੇ ਵਿਚਾਰਾਂ ਦਾ ਮਤਭੇਦ ਹੋਣ ਕਰਕੇ ਅਸੀਂ ਆਪਸ ਵਿੱਚ ਲੜ ਪੈਂਦੇ। ਜਿਹੜਾ ਪਹਿਰਾਵਾ ਉਹ ਕਿੰਨਾ ਕੁ ਜ਼ਰੂਰੀ ਹੈ? ਗੁਰਬਾਣੀ ਅਨੁਸਾਰ ਕੋਈ ਵੀ ਪਹਿਰਾਵਾ ਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਕੇ ਨਹੀਂ ਦਿੱਤਾ। ਜੀ। ਪਰ
ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਜਾਂ ਪਰੰਪਰਾਗਤ ਜੋ ਵੀ ਪਹਿਰਾਵਾ ਅਸੀਂ ਅਪਣਾਇਆ, ਇਹ ਅਸੀਂ ਪਾਉਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਪਾਉਣਾ ਚਾਹੀਦਾ। ਪਾਉਣਾ ਚਾਹੀਦਾ ਤੱਕ ਮੈਂ ਸਹਿਮਤ ਹਾਂ। ਪਰ ਜਿੱਥੇ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਦੇ ਵਿੱਚ ਲਿਖੇ ਦੀ ਆ ਜਾਂਦੀ ਹੈ, ਉਹਦੇ ਸਾਹਮਣੇ ਇਹ ਪਰੰਪਰਾਗਤ ਜਾਂ ਰਹਿਤਨਾਮਿਆਂ ਦੇ ਵਿੱਚੋਂ ਆਏ ਹੋਏ ਬਚਨ ਨੇ ਜਿਹੜੇ, ਇਹਨਾਂ ਨੂੰ ਅਸੀਂ ਉਹਦੇ ਸਾਹਮਣੇ ਨਹੀਂ ਖੜੇ ਕਰ ਸਕਦੇ। ਇਸ ਕਰਕੇ ਧਾਰਮਿਕ ਹੋਣ ਲਈ, ਧਾਰਮਿਕ ਦਾ ਫਿਰ ਮੈਂ ਉਹ ਕਰਾਂ ਕਿ ਧਾਰਮਿਕ ਦਾ ਅਰਥ ਕਿਸੇ ਇੱਕ ਆਪਣੇ ਗੁਰੂ ਤੇ ਸ਼ਰਧਾ ਰੱਖਦਿਆਂ ਹੋਇਆਂ ਸ਼ੁਭ ਕਰਮ ਕਰਨ ਵਾਲਾ, ਉਹ ਕਿਸੇ ਤੇ ਵੀ ਰੱਖਦਾ। ਕਬੀਰ ਜੀ ਤੇ ਰੱਖਦਾ ਹੈ, ਸਵਾਮੀ ਰਾਮਾਨੰਦ ਜੀ ਤੇ ਰੱਖਦਾ ਹੈ, ਸਤਿਗੁਰੂ ਨਾਨਕ ਦੇਵ ਜੀ ਤੇ, ਕਿਤੇ ਵੀ ਜੋ ਵੀ ਹੈ ਉਹ ਆਪਣੇ ਆਪ 'ਚ ਧਾਰਮਿਕ ਹੈ। ਉਹ ਕਹਿੰਦਾ ਕਿ ਮੈਂ ਧਾਰਮਿਕ ਹਾਂ, ਮੈਂ ਧਰਮ ਨੂੰ ਮੰਨਦਾ, ਮੈਂ ਫਲਾਣੇ ਗੁਰੂ ਜੀ ਨੂੰ ਮੰਨਦਾ, ਤੇ ਉਹ ਧਾਰਮਿਕ ਹੈ। ਉਹਦੇ ਵਾਸਤੇ ਬਾਹਰਲਾ ਸਰੂਪ ਜ਼ਰੂਰੀ ਨਹੀਂ ਹੈਗਾ, ਉਹਦੀ ਅੰਦਰਲੀ ਭਾਵਨਾ ਜ਼ਰੂਰੀ ਹੈ। ਕਿਉਂਕਿ ਗੁਰਬਾਣੀ ਵਿੱਚ ਭੇਖ ਦਾ ਬਹੁਤ ਥਾਵਾਂ ਤੇ ਖੰਡਨ ਹੈ। ਉੱਥੇ ਤਾਂ ਬਹੁਤ ਸਪਸ਼ਟ ਸਿੱਖਾਂ ਨੂੰ ਇਹ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ ਕਿ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਈ ਕੰਤ। 3 ਤਰ੍ਹਾਂ ਦਾ ਭੇਖ ਪਾ। ਜੇ ਆਖੀਏ ਕਿ ਪੱਗ ਕੁੜਤਾ ਪਜਾਮਾ, ਨਹੀਂ, ਉੱਥੇ ਹੈਗਾ ਨਿਵਣ ਸੋ ਅੱਖਰ ਖਿਵਣ ਗੁਣ ਜੇਬਾ ਮਣੀਆਂ ਮੰਤ। ਨਿਮਰਤਾ ਰੱਖ, ਖਿਮਾ ਕਰ ਤੇ ਆਪਣੀ ਜ਼ੁਬਾਨ ਤੋਂ ਮਿੱਠਾ ਬੋਲ। ਇਹ 3 ਚੀਜ਼ਾਂ ਰਲਾ ਕੇ ਇਹ ਸੂਟ ਪਾ ਲੈ ਤੇ ਇਹ ਕਰੇਗਾ ਤੇ ਗੁਰੂ ਤੇਰੇ ਵਸ ਆ ਜਾਏਗਾ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਈ। ਤੋ ਮੈਂ ਜ਼ਿਆਦਾ ਤੁਕਾਂ ਉਸ ਪਾਸੇ ਨਹੀਂ ਲੈ ਕੇ ਜਾਂਦਾ ਕਿ ਭੇਖ ਦਾ, ਵੇਸ ਦਾ ਮੁੱਖ ਰੂਪ ਦੇ ਵਿੱਚ ਖੰਡਨ ਹੈ। ਪਰ ਸਮੇਂ ਦੇ ਅਨੁਸਾਰ ਜੋ ਵੀ ਉਸ ਸਮੇਂ ਦਾ ਪ੍ਰਚਲਿਤ ਭੇਖ ਸੀ, ਖਾਸ ਕਰਕੇ 5 ਪਾਤਸ਼ਾਹੀਆਂ ਤੱਕ, ਉਹ ਸਾਡੇ 5 ਪਾਤਸ਼ਾਹੀਆਂ ਉਹ ਪਹਿਨਦੇ ਰਹੇ ਨੇ। ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ, ਗੁਰਬਾਣੀ 'ਚ ਨਹੀਂ ਲਿਖਿਆ, ਪਰ 5 ਪਾਤਸ਼ਾਹੀਆਂ ਉਹ ਭੇਖ ਪਹਿਨਦੇ ਰਹੇ ਨੇ। ਹੁਣ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਸੱਚੇ ਪਾਤਸ਼ਾਹ ਨੇ ਆ ਕੇ ਤੇ ਉਦਾਸੀ ਦਾ ਭੇਖ ਉਤਾਰਿਆ। ਸੋ ਇਸ ਤਰ੍ਹਾਂ ਦੇ ਬੜੇ ਪ੍ਰਮਾਣ ਹੈਗੇ ਨੇ। ਮਤਲਬ ਸਮੇਂ ਅਨੁਸਾਰ ਭੇਖ ਪਾਉਂਦੇ ਵੀ ਰਹੇ। ਹੁੰਦਾ ਕੀ ਹੈ ਜੀ ਕਿ ਜਿਹੜੇ ਇੱਥੇ ਆ ਕੇ ਫਿਰ ਅੱਗੋਂ ਸ਼੍ਰੇਣੀ ਦਾ ਇੱਕ ਫਰਕ ਆ ਜਾਂਦਾ। ਇੱਕ ਪ੍ਰਚਾਰਕ ਸ਼੍ਰੇਣੀ ਹੈ, ਇੱਕ ਸਾਧੂ ਸੰਤਾਂ ਦੀ ਸ਼੍ਰੇਣੀ ਹੈ, ਇੱਕ ਗੁਰੂ ਜੀ ਦੀ ਸ਼੍ਰੇਣੀ ਹੈ, ਤੇ ਇੱਕ ਸ਼ਰਧਾਲੂਆਂ ਦੀ, ਸਿੱਖਾਂ ਦੀ ਸ਼੍ਰੇਣੀ। ਜਿਹੜੀ ਵੱਖਰੀ ਵੱਖਰੀ ਸ਼੍ਰੇਣੀ ਦੇ ਫਿਰ ਧਰਮ ਵੱਖਰੇ ਵੱਖਰੇ ਨੇ, ਇਸ ਤਰ੍ਹਾਂ ਕਹਿ ਲਓ, ਜਾਂ ਉਹਨਾਂ ਦੇ ਨਿਯਮ ਵੱਖੋ ਵੱਖ ਨੇ। ਉਹ ਉਹਨਾਂ ਨੂੰ ਇਹ ਤਾਂ ਨਹੀਂ ਹੈਗਾ ਕਿ ਜਿਹੜੇ ਪ੍ਰਚਾਰਕ ਸ਼੍ਰੇਣੀ ਹੈ ਜਾਂ ਸੰਤ ਮਹਾਤਮਾ ਨੇ, ਉਹਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਉਹ ਪਹਿਰਾਵਾ ਪਾਉਣ, ਪਾ ਕੇ ਹੀ ਧਾਰਮਿਕ ਬਣ ਸਕਦੇ ਨੇ, ਇਹ ਤਾਂ ਨਹੀਂ। ਪਰ ਉਹ ਪਾਉਂਦੇ ਨੇ ਤੇ ਉਹਦੀ ਵਿਸ਼ੇਸ਼ਤਾ ਹੈਗੀ ਹੈ, ਕਿਉਂਕਿ ਉਹਦੇ ਨਾਲ ਉਹਨਾਂ ਦੀ ਇੱਕ ਵਿਲੱਖਣਤਾ ਹੈ, ਇੱਕ ਵੱਖਰਾਪਣ ਹੁੰਦਾ, ਜਿਹਦੇ ਨਾਲ ਲੋਕਾਂ 'ਚ ਇੱਕ ਸਤਿਕਾਰ ਬਣਦਾ, ਲੋਕਾਂ ਦੀ ਇੱਕ ਸ਼ਰਧਾ ਭਾਵਨਾ ਬਣਦੀ। ਸੋ ਇਸ ਕਰਕੇ ਉਹ ਮਹੱਤਵਪੂਰਨ ਹੈ। ਜਿਵੇਂ ਬਾਬਾ ਜੀ ਮੈਂ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਸੀਗੀ ਬਾਬਾ ਰਾਮ ਸਿੰਘ ਜੀ ਉਹਨਾਂ ਦੀ, ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਸੀ ਉਹਨਾਂ ਦਾ ਜੀ। ਉਹ ਪਹਿਲੇ ਭਾਰਤੀ ਸੀਗੇ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਨੇ ਬ੍ਰਿਟਿਸ਼ ਵਪਾਰ ਦਾ ਤੇ ਉਹਨਾਂ ਦੀਆਂ ਸੇਵਾਵਾਂ ਦਾ ਬਾਈਕਾਟ ਕੀਤਾ ਸੀਗਾ। ਤੁਸੀਂ ਕੀ ਸਮਝਦੇ ਹੋ ਕਿੰਨਾ ਕੁ ਯੋਗਦਾਨ ਰਿਹਾ? ਕੂਕਾ ਲਹਿਰ ਵੀ ਉਦੋਂ ਚੱਲੀ, ਕਿੰਨਾ ਕੁ ਯੋਗਦਾਨ ਰਿਹਾ ਨਾਮਧਾਰੀ ਸੰਸਥਾ ਦਾ ਜਾਂ ਕੂਕਾ ਲਹਿਰ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ? ਨਾਮਧਾਰੀਆਂ ਦਾ ਯੋਗਦਾਨ ਬਹੁਤ ਰਿਹਾ, ਪਰ ਜਿਵੇਂ ਨੀਂਹ ਦੀਆਂ ਇੱਟਾਂ ਦਿਸਦੀਆਂ ਨਹੀਂ, ਗੁੰਬਦ ਦਾ ਸੋਨਾ ਹੀ ਚਮਕਦਾ ਜੀ। ਨੀਂਹ ਦੀਆਂ ਇੱਟਾਂ ਦਿਸਦੀਆਂ ਨਹੀਂ। ਨੀਂਹ ਤਾਂ ਰੱਖੀ ਨਾਮਧਾਰੀਆਂ ਨੇ, ਮੁੜ ਕੇ ਉਹਦੇ ਉੱਤੇ ਮਕਾਨ ਉਸਰ ਗਿਆ, ਉਹਦਾ ਅੱਗੋਂ ਰੂਪ ਕੋਈ ਵੀ ਬਣ ਗਿਆ। ਕਿਉਂਕਿ ਜਿਹੜੀ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ, ਬਾਈਕਾਟ ਜੋ ਸਤਿਗੁਰੂ ਰਾਮ ਸਿੰਘ ਜੀ ਨੇ ਕੀਤਾ ਤੇ ਕਰਵਾਇਆ ਸਿੱਖਾਂ ਤੋਂ ਜੀ, ਇਹ ਉਸ ਤੋਂ ਪਹਿਲਾਂ ਕਦੀ ਨਹੀਂ ਹੋਇਆ, ਸੰਸਾਰ ਦੇ ਇਤਿਹਾਸ ਵਿੱਚ ਹੀ ਨਹੀਂ ਹੋਇਆ ਕਦੀ। ਇੱਥੋਂ ਤੱਕ ਕਿ ਰੇਲ ਤੇ ਨਹੀਂ ਚੜ੍ਹਨਾ, ਅੰਗਰੇਜ਼ਾਂ ਦੀ ਕਚਹਿਰੀ 'ਚ ਨਹੀਂ ਜਾਣਾ, ਉਹਨਾਂ ਦੇ ਸਕੂਲਾਂ 'ਚ ਬੱਚੇ ਨਹੀਂ ਭੇਜਣੇ, ਉਹਨਾਂ ਦੇ ਬਣਾਏ ਕੱਪੜੇ ਨਹੀਂ ਪਾਉਣੇ। ਹੁਣ ਏਡੀ ਵੱਡੀ ਸੋਚ ਉਸ ਬੰਦੇ ਦੀ, ਜਿਹੜਾ ਕਿ 5-7 ਜਮਾਤਾਂ ਵੀ ਨਹੀਂ ਸੀ ਪੜ੍ਹਿਆ ਹੋਇਆ,
ਤੇ ਅੱਜ ਤੋਂ ਪੌਣੇ 200 ਸਾਲ ਪਹਿਲਾਂ ਉਸ ਬੰਦੇ ਦੀ, ਜਿਹੜਾ ਕਿ ਸਾਡਾ ਗੁਰੂ ਹੈ, ਉਸ ਬੰਦੇ ਦੀ ਇਹ ਸੋਚ, ਤੇ ਅੱਗੋਂ ਸਿੱਖਾਂ ਨੇ ਉਹ ਸੋਚ ਅਪਣਾਈ। ਫਿਰ ਸਤਿਗੁਰੂ ਰਾਮ ਸਿੰਘ ਜੀ ਨੇ ਪੈਰਲਲ ਗਵਰਨਮੈਂਟ ਸਥਾਪਿਤ ਕੀਤੀ, ਇੱਕ ਬਰਾਬਰ ਤੇ ਰਾਜ ਭਾਗ ਬਣਾਇਆ ਕਿ ਡਾਕ ਵਿਭਾਗ ਆਪਣਾ, ਇਹੋ ਜਿਹੀਆਂ ਸਾਰੀਆਂ ਚੀਜ਼ਾਂ ਆਪਣੀਆਂ ਬਣਾਈਆਂ। ਔਰ ਸੱਤਿਆਗ੍ਰਹਿ ਕਿ ਨਹੀਂ, ਅਸੀਂ ਜਾਣਾ ਹੈ। ਜਿਵੇਂ ਮਹਾਤਮਾ ਗਾਂਧੀ ਜੀ ਨੇ ਤਾਂ 50-60 ਸਾਲ ਬਾਅਦ ਸ਼ੁਰੂ ਕੀਤਾ ਹੈ ਕਿ ਜੀ ਤੁਸੀਂ ਮਨਾ ਕੀਤਾ ਲੂਣ ਬਣਾਉਣ ਤੋਂ, ਤੇ ਅਸੀਂ ਤਾਂ ਬਣਾਵਾਂਗੇ ਜੀ। ਉਹਨਾਂ ਨੇ ਉਦੋਂ ਹੀ ਕੀਤਾ ਜਿਵੇਂ ਅੰਗਰੇਜ਼ਾਂ ਨੇ ਰੋਕਿਆ ਕਿ ਤੁਸੀਂ ਵਿਸਾਖੀ ਨਹੀਂ ਜਾਓਗੇ, ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਨਹੀਂ ਜਾਓਗੇ, ਜਾਵਾਂਗੇ। ਸੋ ਇਸ ਤਰ੍ਹਾਂ ਦਾ ਕੁਝ ਵੀ ਕੀਤਾ। ਪਰ ਵੱਡੀ ਗੱਲ ਜਿਹੜੀ ਸੀ ਸਭ ਤੋਂ, ਉਹ ਸਤਿਗੁਰੂ ਰਾਮ ਸਿੰਘ ਜੀ ਸਰਵਪੱਖੀ ਸ਼ਖਸੀਅਤ ਸੀ ਜੀ। ਦੇਖੋ, ਜਿਸ ਤਰ੍ਹਾਂ ਮਹਾਤਮਾ ਗਾਂਧੀ ਜੀ ਸਨ, ਇਹ ਠੀਕ ਹੈ ਕਿ ਮਹਾਤਮਾ ਗਾਂਧੀ ਜੀ ਦੇ ਸਮੇਂ ਦੇਸ਼ ਦੇ ਵਿੱਚ ਬਹੁਤ ਜਾਗਰਤੀ ਆਈ, ਲੋਕਾਂ ਦੇ ਵਿੱਚ ਦੇਸ਼ ਦੀ ਸੁਤੰਤਰਤਾ ਵਾਸਤੇ, ਕੋਈ ਸ਼ੱਕ ਨਹੀਂ। ਪਰ ਇਹਦੇ ਪਿੱਛੇ ਸਿਰਫ ਮਹਾਤਮਾ ਗਾਂਧੀ ਜੀ ਨਹੀਂ ਸਨ, ਹੋਰ ਬੜੇ ਕਾਰਨ ਸੀ। ਬੜੇ ਅਤਿਆਚਾਰ ਹੋਏ, ਬੜਾ ਕੁਝ ਹੋਇਆ। ਉਦੋਂ ਮੀਡੀਆ ਆ ਗਿਆ ਸੀ, ਇਹਨਾਂ ਦੇ ਪਿੱਛੇ ਤਾਂ ਮੀਡੀਆ ਸੀ। ਔਰ ਜਿਸ ਕਾਂਗਰਸ ਪਾਰਟੀ ਦੇ ਵਿੱਚ ਮਹਾਤਮਾ ਗਾਂਧੀ ਜੀ ਆਏ, ਉਹ ਤਾਂ ਬਣਾਈ ਅੰਗਰੇਜ਼ਾਂ ਦੀ ਸੀ ਜੀ। ਕਿਉਂਕਿ ਕੋਈ ਵੀ ਸੰਪਰਦਾ, ਗੁਰਗੱਦੀ, ਧਰਮ, ਡੇਰਾ, ਪੰਥ, ਧਰਮ, ਜੋ ਮਰਜ਼ੀ ਕਹਿ ਲਓ, ਕੋਈ ਵੀ ਲਹਿਰ ਸਰਕਾਰ ਨਾਲ ਟੱਕਰ ਲੈ ਕੇ ਉਹਦਾ ਚੱਲਣਾ ਬੜਾ ਔਖਾ ਹੈ। ਕਿਉਂਕਿ ਸਰਕਾਰ ਦੇ ਕੋਈ ਸ਼ਕਤੀ ਹੁੰਦੀ ਹੈ, ਉਹਦਾ ਪਹਿਲਾ ਕੰਮ ਹੁੰਦਾ ਕਿ ਕੁਚਲ ਦਿਓ। ਤੇ ਸੋ ਉਹ ਇਹ ਗਾਂਧੀ ਜੀ ਨਾਲ ਉਹ ਇਸ ਤਰ੍ਹਾਂ ਦਾ ਸਰਕਾਰੀ ਟੱਕਰ ਨਹੀਂ ਸੀ ਹੈਗੀ ਜਿਹੋ ਜੀ ਸਾਡੇ ਨਾਲ ਸੀ ਜੀ। ਸੋ ਔਰ ਮੀਡੀਆ ਆ ਗਿਆ ਸੀ, ਮੀਡੀਆ ਨੇ ਉਸ ਗੱਲ ਨੂੰ ਚੁੱਕ ਦਿੱਤਾ, ਉਹਦਾ ਬੜਾ ਪ੍ਰਭਾਵ ਪਿਆ। ਪਰ ਮੁੱਢ ਤਾਂ ਸਤਿਗੁਰੂ ਰਾਮ ਸਿੰਘ ਨੇ ਬੰਨਿਆ। ਹੁਣ ਜੋ ਸਤਿਗੁਰੂ ਰਾਮ ਸਿੰਘ ਜੀ ਨੇ ਤੇ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਉਸ ਮੌਕੇ ਤੇ ਕੀਤਾ, ਤੇ ਜਿਹੜੀ ਗੱਲ ਉਦਣ ਆਖੀ, ਇਹਨਾਂ ਨੇ ਤਾਂ ਅਖੀਰ ਤੱਕ ਨਹੀਂ ਉਹ ਗੱਲ ਆਖੀ। 42 ਦੇ ਵਿੱਚ ਆ ਕੇ ਮਰਿਆ ਜਾ ਆਖ ਦਿੱਤਾ, ਉਹ ਭਾਰਤ ਛੋੜੋ ਜੀ। ਉਹਨਾਂ ਨੇ ਤਾਂ 1857 ਤੇ 58-59 ਦੇ ਵਿੱਚ ਤੇ ਉਹਨਾਂ ਨੇ ਆਖ ਦਿੱਤਾ ਬਈ ਬਾਰੀ ਸਾਲੀ ਖੱਟਣ ਗਿਆ, ਖੱਟ ਕੇ ਲਿਆਂਦਾ ਪਰਨਾ, ਗੋਰਿਓ ਦੇਸ਼ ਛੱਡ ਜਾਓ, ਹੁਣ ਰਾਜ ਖਾਲਸੇ ਕਰਨਾ। ਫਿਰ ਇੱਥੋਂ ਤੱਕ ਆਖਿਆ, ਫਿਰੰਗੀਓ ਛਾਉਣੀਆਂ ਕਰ ਦਿਓ ਖਾਲੀ, ਖਾਲਸੇ ਨੇ ਭੰਗ ਬੀਜਣੀ। ਇਹ ਉਦਣ ਜਿਹੜਾ ਉਦਣ ਦੀਆਂ ਗੱਲਾਂ ਸੀ 1858-59 ਦੀਆਂ, ਇਹ ਤਾਂ ਉਦਣ ਨਹੀਂ ਕਰ ਸਕੇ, 1942 ਚ ਨਹੀਂ ਆਖ ਸਕੇ ਬਈ ਨਿਕਲੋ ਕਰੋ ਛਾਉਣੀਆਂ ਖਾਲੀ। ਸੋ ਇੱਕ ਤਾਂ ਇਹ ਚੀਜ਼ ਸੀ, ਭਾਰਤ ਛੋੜੋ ਦਾ ਨਾਰਾ ਤਾਂ ਪਹਿਲਾਂ ਦੇਣ ਵਾਲੇ ਅਸੀਂ ਆ ਜੀ। ਦੂਸਰਾ, ਜਿਹੜਾ ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ, ਉਹ ਕਰਨ ਵਾਲੇ ਸਭ ਤੋਂ ਪਹਿਲੇ ਅਸੀਂ ਆ। ਔਰ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਨਹੀਂ ਆਈ, ਉਹ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਸਰਵਪੱਖੀ ਸ਼ਖਸੀਅਤ ਹੋਣ ਕਰਕੇ ਉਹਨਾਂ ਨੇ ਜਿੱਥੇ ਅੰਗਰੇਜ਼ਾਂ ਦੀ ਇਕਾਨਮੀ ਕਮਜ਼ੋਰ ਕਰਨ ਵਾਸਤੇ ਬਹਿਸ਼ਕਾਰ ਕੀਤਾ, ਬਾਈਕਾਟ ਕੀਤਾ ਉਹਨਾਂ ਦੀਆਂ ਵਸਤੂਆਂ ਦਾ, ਉੱਥੇ ਸ਼ਸਤਰਬੱਧ ਯੁੱਧ ਦਾ ਵੀ ਪ੍ਰਬੰਧ ਕੀਤਾ ਜੀ। ਜਿਹਦੇ ਵਾਸਤੇ ਨੇਪਾਲ ਵਿੱਚ, ਕਸ਼ਮੀਰ ਵਿੱਚ ਕੂਕਾ ਰੈਜੀਮੈਂਟ ਸਥਾਪਿਤ ਕੀਤੀ, ਜ਼ਾਰ ਨਾਲ ਸੰਪਰਕ ਕੀਤਾ ਰੂਸ ਤੋਂ ਕਿ ਉੱਥੋਂ ਫੌਜਾਂ ਉਹਨਾਂ ਦੀ ਸਾਨੂੰ ਸਹਾਇਤਾ ਮਿਲੇ। ਇਹ ਚੀਜ਼ ਜਿਹੜੀ ਮਹਾਰਾਜਾ ਦਲੀਪ ਸਿੰਘ ਤੇ ਇੱਕ ਫਿਲਮ ਬਣੀ ਹੈ, ਉਹਦੇ ਵਿੱਚ ਵੀ ਉਹ ਠਾਕਰ ਸਿੰਘ ਸੰਧਾਵਾਲੀਆ ਮਹਾਰਾਜਾ ਦਲੀਪ ਸਿੰਘ ਨੂੰ ਜਾ ਕੇ ਕਹਿੰਦਾ ਕਿ 1.25 ਲੱਖ ਕੂਕਾ ਤਿਆਰ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਸਤਿਗੁਰੂ ਰਾਮ ਸਿੰਘ ਜੀ ਦੀ ਪਹਿਲ ਸੀ ਕਿ ਸ਼ਸਤਰਬੱਧ ਵੀ ਅਤੇ ਅਹਿੰਸਕ ਵੀ, ਜਿਹੜਾ ਗਾਂਧੀ ਜੀ ਦੇ ਨਾਲ ਅਸੀਂ ਕੀਤਾ, ਨਾਮ ਜੋੜਦੇ ਹਾਂ। ਇਹ ਸਾਰਾ ਕੁਝ ਤਾਂ ਸਾਡਾ ਹੈ ਜੀ, ਸਤਿਗੁਰੂ ਰਾਮ ਸਿੰਘ ਜੀ ਦੀ ਦੇਣ ਹੈ। ਉਹਨਾਂ ਨੇ ਅਪਣਾਇਆ, ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਨੇ ਸ਼ੁਰੂ ਕੀਤਾ, ਇਹਨਾਂ ਨੇ ਬਾਬਾ ਰਾਮ ਸਿੰਘ ਜੀ ਨੇ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅਪਣਾਇਆ, ਉਸ ਰਸਤੇ ਤੇ ਚੱਲੇ। ਔਰ ਜਿਹੜੇ ਗਦਰੀ ਬਾਬੇ ਹੋਏ ਨੇ, ਇਹਨਾਂ ਦੇ ਵੀ ਬਾਬਾ ਸੋਹਣ ਸਿੰਘ ਭਕਨਾ ਆ ਜਿਹੜੇ ਮੋਢੀ ਸਨ ਗਦਰੀ ਲਹਿਰ ਦੇ, ਇਹ ਵੀ ਤਾਂ ਸਾਰੇ ਇਹਨਾਂ ਦਾ ਮੁੱਢ ਨਾਮਧਾਰੀ ਸੀ ਜੀ। ਹੌਲੀ ਹੌਲੀ ਫਿਰ ਜਿਸ ਤਰ੍ਹਾਂ ਵੀ ਉਹ ਲਹਿਰ ਦੇ ਵਿੱਚ ਆਉਂਦੇ ਗਏ। ਸੋ ਇਹ ਸਾਰਾ ਕੁਝ ਜਿਹੜਾ ਇਹ ਸ਼ੁਰੂਆਤ ਤੇ ਉੱਥੋਂ ਹੁੰਦੀ ਹੈ। ਪਰ ਇਤਿਹਾਸ ਸਦਾ ਵਿਜੇਤਾ ਲਿਖਦਾ, ਉਹ ਆਪਣੇ ਅਨੁਸਾਰ ਲਿਖਦਾ।
ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਵੀ ਸਪਸ਼ਟ ਕਰ ਦਿਆਂ ਕਿ ਜਿਸ ਤਰ੍ਹਾਂ ਸੁਭਾਸ਼ ਚੰਦਰ ਬੋਸ ਜੀ, ਉਹਨਾਂ ਦਾ ਮੁੱਖ ਰੂਪ ਦੇ ਵਿੱਚ ਯੁੱਧ ਨਾਲ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਦਾ ਵਿਚਾਰ ਸੀ, ਗਾਂਧੀ ਜੀ ਦਾ ਅਹਿੰਸਾ ਨਾਲ ਸੀ, ਸਤਿਗੁਰੂ ਰਾਮ ਸਿੰਘ ਕੋਲ ਦੋਵੇਂ ਚੀਜ਼ਾਂ ਸੀ ਜੀ। ਔਰ ਅੱਜ ਜਿਹੜੀ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਅਹਿੰਸਾ ਨਾਲ ਹੀ ਸਾਨੂੰ ਦੇਸ਼ ਦੀ ਸੁਤੰਤਰਤਾ ਮਿਲ ਗਈ, ਭਾਰਤ ਆਜ਼ਾਦ ਹੋ ਗਿਆ, ਇਹ ਝੂਠ ਹੈਗਾ। ਬਿਲਕੁਲ ਬਿਲਕੁਲ ਨਹੀਂ, ਇਹਦੇ ਨਾਲ ਨਹੀਂ ਹੋਇਆ। ਹਾਂ, ਉਹ ਜਿਹੜੀ ਇੱਕ ਲਹਿਰ ਚੱਲੀ ਸੀ ਉਹਦੇ ਨਾਲ ਜਾਗਰਤੀ ਜ਼ਰੂਰ ਆ ਗਈ, ਜਾਗ੍ਰਿਤੀ। ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇਹ ਹੈਗਾ ਕਿ ਵੱਖੋ ਵੱਖਰੀਆਂ ਕਈ ਚੀਜ਼ਾਂ ਰਲਦੀਆਂ ਗਈਆਂ। ਔਰ ਸਰਦਾਰ ਖੁਸ਼ਵੰਤ ਸਿੰਘ ਦੇ ਮੁਤਾਬਕ ਤੇ ਇਹ ਹੈਗਾ ਕਿ ਅੰਗਰੇਜ਼ਾਂ ਦੀ ਇੰਨੀ ਬੁਰੀ ਹਾਲਤ ਹੋ ਗਈ ਸੀ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਕਿ ਉਹਨਾਂ ਨੂੰ ਵਾਪਸ ਆਪਣਾ ਦੇਸ਼ ਸੰਭਾਲਣ ਲਈ ਜਾਣਾ ਪਿਆ। ਸੋ ਪਰ ਕੁੱਲ ਮਿਲਾ ਕੇ ਜਿਹੜਾ ਉਹ ਮੋਢੀ ਤਾਂ ਅਸੀਂ ਨਾਮਧਾਰੀਏ ਹਾਂ ਔਰ ਅਸੀਂ ਸਿੱਖ ਹਾਂ। ਸਿੱਖਾਂ ਔਰ ਸਿੱਖਾਂ ਨੇ ਸਦਾ ਹੀ ਆਪਣੇ ਦੇਸ਼ ਦੀ ਸੁਤੰਤਰਤਾ ਵਾਸਤੇ ਯੁੱਧ ਕੀਤੇ, ਹਰੇਕ ਤਰ੍ਹਾਂ ਹੀ ਉਹਨਾਂ ਨੇ ਦੇਸ਼ ਦੀ ਸੁਤੰਤਰਤਾ ਚਾਹੀ ਔਰ ਜ਼ੁਲਮ ਦੀ ਵਿਰੋਧਤਾ ਕੀਤੀ ਜੀ। ਆਜ਼ਾਦੀ ਤੋਂ ਪਹਿਲਾਂ ਦੀ ਜੇ ਮੈਂ ਬਾਬਾ ਜੀ ਗੱਲ ਕਰਾਂ, ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਬਾਬਾ ਰਾਮ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਰਾਜ ਭਾਗ ਨੂੰ ਅੱਗੇ ਤੋਰਿਆ, ਭਾਵੇਂ ਕਿ ਉਹ ਗੱਦੀ ਨਹੀਂ ਲਈ ਉਹਨਾਂ ਦੀ, ਪਰ ਉਹਨਾਂ ਨੇ ਅੱਗੇ ਤੋਰਿਆ। ਉਸ ਤੋਂ ਬਾਅਦ ਤਾਂ ਬਹੁਤ ਸਾਰੇ ਜਿਹੜੀਆਂ ਮਿਸਲਾਂ ਆਪਸ ਵਿੱਚ ਪਾਟੋ ਧੀੜ ਹੋ ਗਈਆਂ ਸੀਗੀਆਂ, ਪਰ ਬਾਬਾ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਇਕੱਠੇ ਕਰਨ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ। ਬਹੁਤ ਸਾਰੇ ਕੂਕਿਆਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ। 65 ਕੂਕਿਆਂ ਨੂੰ ਉਸ ਟਾਈਮ ਬ੍ਰਿਟਿਸ਼ਾਂ ਨੇ ਤੋਪਾਂ ਦੇ ਨਾਲ ਉਡਾਤਾ ਸੀ, ਉਹਨਾਂ ਨੂੰ ਫਾਂਸੀ ਵੀ ਦੇ ਦਿੱਤੀ ਸੀ। ਸੋ ਇਦਾਂ ਦੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਕੁਰਬਾਨੀਆਂ। ਪਰ ਹੁਣ ਆਜ਼ਾਦੀ ਤੋਂ ਬਾਅਦ ਦੀ ਜੇ ਆਪਾਂ ਗੱਲ ਕਰੀਏ, ਨਾਮਧਾਰੀ ਸੰਪਰਦਾਇ ਦਾ ਜਾਂ ਨਾਮਧਾਰੀ ਸੰਸਥਾ ਦਾ ਮਨੁੱਖਤਾ ਦੇ ਲਈ, ਸਿੱਖ ਧਰਮ ਦੇ ਲਈ, ਜਾਂ ਜਿਹੜੀ ਨਵੀਂ ਆਪਣੀ ਜਨਰੇਸ਼ਨ ਉਹਦੇ ਲਈ ਕੀ ਕੀ ਉਪਰਾਲੇ ਕਰ ਰਹੀ ਹੈ ਨਾਮਧਾਰੀ ਸੰਸਥਾ? ਉਹਦੇ ਵਿੱਚ ਜੀ ਨਾਮਧਾਰੀਆਂ ਦਾ ਮੁੱਖ ਰੂਪ ਦੇ ਵਿੱਚ ਇਹ ਹੈ ਕਿ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਧਰਮ ਅੰਧ ਵਿਸ਼ਵਾਸ ਨਹੀਂ, ਧਰਮ ਪੂਰਨ ਰੂਪ ਦੇ ਵਿੱਚ ਵਿਗਿਆਨ ਹੈ ਤੇ ਵਿਗਿਆਨਕ ਤਰੀਕਿਆਂ ਨਾਲ ਨਵੀਂ ਪੀੜ੍ਹੀ ਨੂੰ ਅਸੀਂ ਨਵੇਂ ਢੰਗ ਨਾਲ ਧਰਮ ਦੀ ਵਿਆਖਿਆ ਸਮਝਾਉਣ ਦਾ ਯਤਨ ਕਰਦੇ ਹਾਂ ਜੀ। ਇੱਥੇ ਇਸ ਵੇਲੇ ਸਮਾਂ ਨਹੀਂ, ਮੈਂ ਜ਼ਿਆਦਾ ਨਹੀਂ ਦੱਸ ਸਕਦਾ, ਪਰ ਜਿਵੇਂ ਸਾਡੀ 10ਵੇਂ ਪਾਤਸ਼ਾਹ ਦੀ ਦਿੱਤੀ ਹੋਈ ਮਰਿਆਦਾ ਜਿਹੜੀ ਸਤਿਗੁਰੂ ਰਾਮ ਸਿੰਘ ਨੇ ਸਾਨੂੰ ਦ੍ਰਿੜ ਕਰਵਾਈ, ਮੈਂ ਉਹ ਸਾਰੀ ਮਰਿਆਦਾ ਨੂੰ ਸਾਇੰਟੀਫਿਕਲੀ ਮੈਂ ਪ੍ਰੂਵ ਕਰ ਸਕਦਾ ਕਿ ਇਹ ਤਾਂ ਸਾਰੀ ਮੋਸਟ ਹਾਈਜੈਨਿਕ ਵੇ ਆਫ ਲਿਵਿੰਗ ਹੈਗੀ ਜੀ। ਅਸੀਂ ਉਹਨੂੰ ਸੁੱਚ ਸੋਧ ਦਾ ਨਾਮ ਦਿੰਦੇ ਹਾਂ, ਪਰ ਹੈ ਤਾਂ ਉਹ ਹਾਈਜੈਨਿਕ ਵੇ ਆਫ ਲਿਵਿੰਗ ਹੈ ਕਿ ਤੁਸੀਂ ਸਾਫ ਸੁਥਰੇ ਰਹਿ ਕੇ ਤੇ ਕਿਵੇਂ ਚੰਗਾ ਜੀਵਨ, ਅਰੋਗ ਜੀਵਨ ਕਿਵੇਂ ਜੀਉ ਸਕਦੇ ਹੋ ਜੀ। ਇਸ ਤਰ੍ਹਾਂ ਦਾ ਕੁਝ ਹੈਗਾ। ਬਾਕੀ ਆਪਣੀ ਮਾਂ ਬੋਲੀ ਪੰਜਾਬੀ ਵਾਸਤੇ ਅਸੀਂ ਬਹੁਤ ਯੋਗਦਾਨ ਪਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਦੇ ਵਿੱਚ, ਉਦੋਂ ਅਜੇ ਕੋਈ ਪ੍ਰੈਸਾਂ ਨਹੀਂ ਸੀ ਹੈਗੀਆਂ, ਇਹ ਤਾਂ ਖੈਰ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ, ਉਹਨਾਂ ਨੇ ਆਖਿਆ ਸੀ ਕਿ ਲਾਓ ਸਾਰਾ ਖਰਚਾ ਮੈਂ ਦੇਣਾ ਜੀ। ਤੇ ਪੰਜਾਬੀ ਵਾਸਤੇ ਵੀ ਕੀਤਾ। ਸਿੱਖ ਧਰਮ ਦੀ ਜਦੋਂ ਤੱਕ ਤੁਸੀਂ ਗੱਲ ਕੀਤੀ ਹੈ, ਸਿਰਫ ਤੇ ਸਿਰਫ ਨਾਮਧਾਰੀਏ ਨੇ, ਜਿਨ੍ਹਾਂ ਨੂੰ ਕਿ ਸਾਡੇ ਦੂਸਰੇ ਵੀਰ, ਬਹੁ ਗਿਣਤੀ ਵਾਲੇ ਵੀਰ, ਉਹ ਕਹਿੰਦੇ ਨੇ ਕਿ ਤੁਸੀਂ ਸਿੱਖ ਹੀ ਨਹੀਂ ਗਏ, ਪਰ ਸਿਰਫ ਤੇ ਸਿਰਫ ਨਾਮਧਾਰੀਏ ਹੀ ਨੇ ਜਿਹੜੇ ਜਿਨ੍ਹਾਂ ਨੇ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਠੇ ਕਰਕੇ, ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਕੱਠੇ ਕਰਕੇ ਬਿਠਾਇਆ ਤੇ ਆਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਸਭ ਇਕੱਠੇ ਹੋ ਜਾਓ, ਕਿਉਂਕਿ ਲੜਾਂਗੇ ਤੇ ਆਪਸ ਵਿੱਚ ਘਟਾਂਗੇ। ਉਹਦੇ ਤੇ ਮੈਂ ਇੱਕ ਨਾਰਾ ਵੀ ਬਣਾਇਆ ਕਿ ਲੜੋਗੇ ਤੇ ਘਟੋਗੇ, ਜੁੜੋਗੇ ਤੇ ਵਧੋਗੇ। ਲੜੋਗੇ ਤੇ ਘਟੋਗੇ, ਜੁੜੋਗੇ ਤੇ ਵਧੋਗੇ। ਸੋ ਗੁਰੂ ਨਾਨਕ ਨਾਮ ਲੇਵਾ ਸੰਮੇਲਨ ਉਹ ਵੀ ਨਾਮਧਾਰੀਆਂ ਨੇ ਕੀਤੇ ਸਿੱਖ ਪੰਥ ਦੇ ਪ੍ਰਚਾਰ ਵਾਸਤੇ ਤੇ ਆਪਸ ਜੋੜਨ ਵਾਸਤੇ। ਅਤੇ ਸੇਵਾ ਦਾ ਰੂਪ ਜਿਹੜਾ ਉਹ ਭਾਵੇਂ ਸਿੱਖ ਪੰਥ ਵਿੱਚ ਸੇਵਾ ਦਾ ਬੜਾ ਮਹੱਤਵ ਹੈ, ਸਾਰੀਆਂ ਸੰਪਰਦਾਵਾਂ ਬੜਾ ਕਰਦੀਆਂ ਨੇ, ਨਾਮਧਾਰੀਆਂ ਨੇ ਸੇਵਾ ਦਾ ਇੱਕ ਵੱਖਰਾ ਰੂਪ ਸ਼ੁਰੂ ਕੀਤਾ, ਜਿਵੇਂ ਤੁਸੀਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਜੋੜਨ ਵਾਸਤੇ ਜੀ, ਜਿਹਦੇ 'ਚ ਨਵੀਂ ਪੀੜ੍ਹੀ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਓ ਆਪਾਂ ਸਾਂਝੇ ਥਾਂ ਦੀ ਸੇਵਾ ਕਰੀਏ। ਜਿੰਨੇ ਸਾਂਝੇ ਥਾਂ ਨੇ, ਰੇਲਵੇ ਸਟੇਸ਼ਨ, ਮੈਂ ਭਾਰਤ ਦੇ ਹਿਸਾਬ ਨਾਲ ਗੱਲ ਕਰ ਰਿਹਾ, ਇੱਥੋਂ ਦੇ ਹਾਲਾਤ ਹੋਰ ਨੇ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਕੂਲ, ਕਾਲਜ ਆਦਿ ਇਹ ਸਾਰੇ ਹੀ ਸਾਂਝੇ ਸਥਾਨ ਨੇ ਤੇ ਸਾਰੇ ਹੀ ਗੁਰੂ ਘਰ ਦੁਆਰਾ ਨੇ ਜੀ। ਸਿਰਫ ਗੁਰੂ ਕੇ ਦੁਆਰੇ ਝਾੜੂ ਨਹੀਂ ਫੇਰਨਾ, ਭਾਵੇਂ ਉਹ ਪਵਿੱਤਰ ਸਥਾਨ ਹੈ, ਕਿਉਂਕਿ ਜਿਹੜੇ ਪੁਰਾਤਨ ਧਾਰਮਿਕ ਸਥਾਨ ਸੀ, ਮੰਦਿਰ ਜਾਂ ਗੁਰਦੁਆਰੇ, ਇੱਕ ਸਮਾਂ ਸੀ ਜਿਵੇਂ ਉੱਥੇ ਹੀ ਹਸਪਤਾਲ ਹੁੰਦੇ ਸੀ, ਉੱਥੇ ਹੀ ਵਿੱਦਿਆ ਦਿੱਤੀ ਜਾਂਦੀ ਸੀ ਤੇ ਪੂਜਾ ਪਾਠ ਵੀ ਹੁੰਦਾ ਸੀ ਜੀ। ਉਦੋਂ ਗਿਣਤੀ ਥੋੜੀ ਸੀ, ਕਾਰਾਂ ਬੱਸਾਂ ਹੈ ਹੀ ਨਹੀਂ ਸੀ, ਇੰਨੀ ਜਨਤਾ ਨਹੀਂ ਸੀ, ਇਸ ਕਰਕੇ ਹਸਪਤਾਲ ਵੱਖਰੇ ਨਹੀਂ ਸੀ। ਕਿ ਉਹੀ ਜਿਹੜੇ ਭਾਈ ਜੀ ਸੀ ਉਹੀ ਦੇ ਦਿੰਦੇ ਸੀ ਨਾ, ਹਿੰਗ ਫਟਕੜੀ ਰਗੜ ਕੇ। ਅੱਜ ਹਸਪਤਾਲ ਵੱਖਰੇ ਬਣ ਗਏ ਤੇ ਇਸ ਕਰਕੇ ਮੈਂ ਸੰਗਤ ਨੂੰ ਪ੍ਰੇਰ ਕੇ ਭੇਜਦਾ
ਕਿ ਜਾਓ ਹਸਪਤਾਲਾਂ 'ਚ ਜਾ ਕੇ ਝਾੜੂ ਫੇਰੋ, ਨਾਲੇ ਉਹਨਾਂ ਚਿਰ ਨਾਮ ਜਪੋ, ਤੁਹਾਡੀ ਮਨੋਕਾਮਨਾ ਪੂਰੀ ਹੋਏਗੀ। ਹਸਪਤਾਲਾਂ ਵਿੱਚ, ਸਰਕਾਰੀ ਸਕੂਲਾਂ 'ਚ, ਸਰਕਾਰੀ ਕਾਲਜਾਂ 'ਚ, ਬੱਸ ਅੱਡਿਆਂ ਤੇ, ਰੇਲਵੇ ਸਟੇਸ਼ਨਾਂ ਤੇ ਅਸੀਂ ਉੱਥੇ ਜਾ ਕੇ ਸੇਵਾ ਕਰਦੇ। ਜੀ ਇਹਦੇ ਨਾਲ ਹੀ ਅਸੀਂ ਨਾਮਧਾਰੀ ਸੰਗਤ ਝੁੱਗੀਆਂ ਵਿੱਚ ਜਾ ਕੇ ਜਿਹੜੇ ਅਤ ਗਰੀਬ ਬੱਚੇ ਨੇ, ਜਿਹੜੇ ਸਕੂਲੇ ਨਹੀਂ ਜਾਂਦੇ, ਅੱਗੋਂ ਲੁੱਚੇ ਲਫੰਗੇ ਬਣ ਜਾਂਦੇ ਨੇ, ਉਹਨਾਂ ਬੱਚਿਆਂ ਨੂੰ ਉੱਥੇ ਜਾ ਕੇ ਪੜ੍ਹਾ ਰਹੇ ਆ। ਕੋਈ ਪੈਸਾ ਨਹੀਂ, ਗੰਦੇ ਥਾਵਾਂ ਤੇ ਜਾ ਕੇ ਸਾਡੀਆਂ ਧੀਆਂ ਭੈਣਾਂ ਉਹਨਾਂ ਨੂੰ ਉੱਥੇ ਵਿੱਦਿਆ ਦਾਨ ਦਿੰਦੀਆਂ ਨੇ, ਉਹਨਾਂ ਨੂੰ ਪੜ੍ਹਾਉਂਦੀਆਂ ਨੇ, ਤੇ ਉੱਥੇ ਜਾ ਕੇ ਉਹਨਾਂ ਨੂੰ ਇੱਕ ਓਂਕਾਰ, ਧੰਨ ਗੁਰੂ ਨਾਨਕ, ਵਾਹਿਗੁਰੂ ਜੀ ਕਾ ਖਾਲਸਾ, ਇਹ ਸਭ ਕੁਝ ਉਹਨਾਂ ਨੂੰ ਯਾਦ ਕਰਵਾਉਂਦੇ ਆ ਜੀ। ਤੇ ਉਹ ਬੱਚੇ ਵੀ ਬੜੇ ਖੁਸ਼ ਨੇ। ਔਰ ਇਹਦੇ ਨਾਲ ਨਾਲ ਹੀ ਜਿੱਥੇ ਅਸੀਂ ਉਹਨਾਂ ਨੂੰ ਆਪਣੇ ਸਿੱਖੀ ਦੀ ਗੱਲ ਸਿਖਾਉਂਦੇ ਆ, ਵਿੱਦਿਆ ਦਾਨ ਦਿੰਦੇ ਆ ਜੀ ਔਰ ਆਪਣੇ ਸੰਸਕਾਰ ਦਿੰਦੇ ਆ, ਅਤੇ ਉਹਨਾਂ ਨੂੰ ਭਾਰਤ ਦੇਸ਼ ਦੀ, ਭਾਰਤੀ ਸੰਸਕ੍ਰਿਤੀ ਦਾ ਮਹੱਤਵ ਦੱਸਦੇ ਆ ਕਿ ਅਸੀਂ ਸਾਰੇ ਭਾਰਤੀ ਹੈਗੇ ਆ, ਆਪਸ 'ਚ ਲੜਨਾ ਨਹੀਂ, ਔਰ ਸਾਡੀ ਸੰਸਕ੍ਰਿਤੀ ਸਭ ਤੋਂ ਉੱਤਮ ਹੈਗੀ। ਜੀ ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਕਰ ਰਹੇ ਹਾਂ। ਔਰ ਮੁੱਖ ਰੂਪ ਦੇ ਵਿੱਚ ਜੇ ਮੈਂ ਕਹਾਂ ਕਿ ਮੈਂ ਸਿੱਖਾਂ ਨੂੰ, ਆਪਣੇ ਸਾਰੀਆਂ ਸੰਪਰਦਾਵਾਂ ਨੂੰ ਬਹੁਤ ਜ਼ੋਰ ਨਾਲ ਬੜੀ ਵਾਰੀ ਇਹ ਬੇਨਤੀ ਕੀਤੀ ਹੈ, ਤੇ ਹੁਣ ਵੀ ਕਰਦਾ ਕਿ ਆਪਸੀ ਵਿਰੋਧ ਛੱਡੋ ਤੇ ਇਕੱਠੇ ਹੋ ਜਾਓ। ਸਾਰੇ ਗੁਰੂ ਨਾਨਕ ਨਾਮ ਲੇਵਾ ਇਕੱਠੇ ਹੋ ਕੇ ਆਪਾਂ ਆਪਣੇ ਗੁਰੂ ਦਾ ਪ੍ਰਚਾਰ ਸਾਰੇ ਸੰਸਾਰ 'ਚ ਕਰੀਏ, ਤਾਂ ਕਿ ਸਾਰਾ ਸੰਸਾਰ ਸ਼ਰਧਾ ਨਾਲ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨੇ, ਉਹਨਾਂ ਦੀਆਂ ਉੱਚ ਸਿੱਖਿਆਵਾਂ ਧਾਰਨ ਕਰੇ ਤੇ ਸੁਖਪੂਰਵਕ, ਸ਼ਾਂਤੀਪੂਰਵਕ ਜੀਵਨ ਜੀਵੇ। ਜਦੋਂ ਮੈਂ ਗੂਗਲ ਤੇ ਸਰਚ ਮਾਰ ਰਿਹਾ ਸੀਗਾ ਨਾ ਤੁਹਾਡੀ ਜੀਵਨੀ ਬਾਰੇ, ਤਾਂ ਉਹਦੇ ਤੇ ਨਾਲ ਤੁਹਾਡੇ ਨਾਮ ਦੇ ਨਾਲ ਲਿਖਿਆ ਹੁੰਦਾ ਸੀ ਇੰਟਰਨੈਸ਼ਨਲ ਫੋਟੋਗ੍ਰਾਫਰ। ਉਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਵੀ ਤੁਸੀਂ ਫੋਟੋਗ੍ਰਾਫੀ ਵੀ ਕਰਦੇ ਰਹੇ ਹੋ। ਮੈਂ ਜੀ ਸਤਿਗੁਰੂ ਜਗਜੀਤ ਸਿੰਘ ਜੀ ਫੋਟੋਗ੍ਰਾਫੀ ਕਰਦੇ ਸੀ, ਮੇਰੇ ਪਿਤਾ ਜੀ ਮਹਾਰਾਜ ਵੀਰ ਸਿੰਘ ਜੀ ਵੀ, ਸਾਰਿਆਂ ਨੂੰ ਸ਼ੌਕ ਸੀ, ਤੇ ਉਸ ਕਰਕੇ ਮੈਨੂੰ ਵੀ ਸ਼ੌਕ ਹੈਗਾ ਫੋਟੋਗ੍ਰਾਫੀ ਦਾ। ਸ਼ੌਕੀਆ ਰੂਪ ਦੇ ਵਿੱਚ ਮੈਂ ਬਹੁਤ ਫੋਟੋਗ੍ਰਾਫੀ ਕੀਤੀ ਹੈ ਜੀ। ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਬੜੇ ਇੰਟਰਨੈਸ਼ਨਲ, ਨੈਸ਼ਨਲ ਬਹੁਤ ਸਾਰੇ ਇਨਾਮ ਵੀ ਜਿੱਤੇ ਨੇ। ਤੇ ਹੁਣ ਇੱਕ ਕਿਤਾਬ ਵੀ ਕੀਤੀ ਹੈ ਗੁਰਬਾਣੀ ਪ੍ਰਚਾਰ ਹਿੱਤ ਜੀ, ਜਿਹਦਾ ਨਾਮ ਗੁਰਬਾਣੀ ਦਰਸ਼ਨ ਹੈ। ਜੀ, ਗੁਰਬਾਣੀ ਦਰਸ਼ਨ। ਸੋ ਇਹ ਪੁਸਤਕ ਹੈ ਜਿਹੜੀ ਗੁਰਬਾਣੀ ਦਰਸ਼ਨ, ਮੈਂ ਇਹਦੇ ਵਿੱਚ 3 ਭਾਸ਼ਾਵਾਂ ਦੇ ਵਿੱਚ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ, ਜੀ, ਔਰ ਇਹਦੇ ਵਿੱਚ ਮੂਲ ਪਾਠ ਵੀ ਲਿਖਿਆ ਹੋਇਆ ਅਤੇ ਨਾਲ ਉਹਦੇ ਅਰਥ ਲਿਖੇ ਨੇ, ਟਰਾਂਸਲੇਸ਼ਨ ਨੇ, ਤੇ ਤਸਵੀਰਾਂ ਇਹਦੇ ਵਿੱਚ ਸਾਰੀਆਂ ਉਹ ਮੈਂ ਖਿੱਚੀਆਂ ਨੇ। ਔਰ ਇਹ ਤਸਵੀਰਾਂ ਗੁਰਬਾਣੀ ਦੀਆਂ ਤੁਕਾਂ ਨੂੰ ਦ੍ਰਿਸ਼ਟਮਾਨ ਕਰਦੀਆਂ ਨੇ, ਤਾਂ ਕਿ ਗੁਰਬਾਣੀ ਦੀ ਤੁਕ ਜਿਹੜੀ ਹੈ ਉਹ ਸਾਡੇ ਅੰਦਰ ਵਸ ਸਕੇ। ਜੀ। ਇਸ ਵਾਸਤੇ ਇਹ ਪੁਸਤਕ ਕੀਤੀ ਹੈ, ਤੇ ਫੋਟੋਗ੍ਰਾਫੀ ਬਹੁਤ ਕੀਤੀ ਹੈ, ਹੁਣ ਵੀ ਕਦੀ ਕਦੀ ਕਰ ਲਈਦੀ ਹੈ। ਅੱਛਾ, ਇਹ ਪੁਸਤਕ ਜੇ ਸਾਡੇ ਦਰਸ਼ਕਾਂ ਨੇ ਕਿਤੋਂ ਲੈਣੀ ਹੋਵੇ ਤਾਂ ਕਿੱਥੋਂ ਮਿਲ ਸਕਦੀ ਹੈ? ਇਹ ਅਮੇਜ਼ਨ ਤੇ ਅਵੇਲੇਬਲ ਹੈਗੀ ਹੈ ਜੀ। ਤੇ ਬਾਕੀ ਨਹੀਂ ਤੇ ਤੁਹਾਡੇ ਸਟੂਡੀਓ ਦੇ ਰਾਹੀਂ ਵੀ ਦੇ ਦਿਆਂਗੇ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ PTN 24 ਯਾਨੀ ਕਿ 24, ਜੀ, ਮੈਂ ਪੰਜਾਬੀ ਹਾਂ ਨਾ, ਇਸ ਕਰਕੇ ਪੰਜਾਬੀ ਬੋਲਦਾ। ਜੀ, ਜੀ, PTN ਦੇ ਸਾਰੇ ਦਰਸ਼ਕਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਆਪਣਾ ਭਾਰਤ ਦੇਸ਼, ਆਪਣੀ ਸੱਭਿਅਤਾ ਅਤੇ ਸਾਡੇ ਗੁਰੂ ਸਾਹਿਬਾਨ, ਉਹਨਾਂ ਦੀ ਸ਼ੁਭ ਸਿੱਖਿਆ ਨੂੰ ਧਾਰਨ ਕਰੀਏ ਤੇ ਆਪਣੇ ਦੇਸ਼ ਤੇ ਸਦਾ ਹੀ ਮਾਣ ਕਰੀਏ। ਕਦੀ ਵੀ ਆਪਣੇ ਦੇਸ਼ ਨੂੰ ਮਾੜਾ ਨਾ ਕਹੋ, ਉਹ ਇੰਡੀਆ ਦੇ ਵਿੱਚ ਤੇ ਆ ਇਤਨਾ, ਇੰਡੀਆ 'ਚ ਇੰਨਾ ਭ੍ਰਸ਼ਟਾਚਾਰ ਹੈ। ਨਹੀਂ, ਭ੍ਰਸ਼ਟਾਚਾਰ ਸਾਰੇ ਦੇਸ਼ਾਂ 'ਚ ਹੈਗਾ। ਜਦੋਂ ਆਪਾਂ ਇੰਡੀਆ ਮਾੜਾ ਕਹਿੰਦੇ ਆ, ਉਹਦਾ ਮਤਲਬ ਅਸੀਂ ਆਪਣੇ ਰਿਸ਼ਤੇਦਾਰਾਂ, ਆਪਣੇ ਮਾਂ-ਪਿਓ, ਵੱਡੇ ਭਰਾਵਾਂ ਨੂੰ, ਸਭ ਨੂੰ, ਉਹਨਾਂ ਨੂੰ ਮਾੜਾ ਕਹਿੰਦੇ ਆ, ਕਿਉਂਕਿ ਮਿੱਟੀ ਤੇ ਕੋਈ ਵੀ ਨਹੀਂ ਮਾੜੀ ਹੁੰਦੀ। ਆਪਾਂ ਆਪਣੇ ਲੋਕਾਂ ਨੂੰ ਮਾੜਾ ਕਹਿੰਦੇ ਆ, ਉਹ ਨਾ ਕਹੋ। ਆਪਣੇ ਦੇਸ਼ ਦੀ ਸਦਾ ਹੀ ਸ਼ੋਭਾ ਕਰੋ। ਅਤੇ ਮੈਂ ਅੰਤ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੇ PTN 24 ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇੰਨਾ ਸਮਾਂ ਦੇ ਕੇ ਮੇਰੀ ਗੱਲਬਾਤ ਸੁਣੀ ਹੈ। ਜੀ। ਤੇ ਆਪ ਜੀ ਨੇ ਜਿਹੜਾ ਮੇਰੇ ਤੋਂ ਸੌਖੇ ਸੌਖੇ ਪ੍ਰਸ਼ਨ ਪੁੱਛੇ।